ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਬਾਂਝਪਨ ਤੇ ਨਪੁੰਸਕਤਾ। ਕਿਉਂ ਹੁੰਦੀ ਹੈ ਨਪੁੰਸਕਤਾ, ਕਿਉਂ ਹੁੰਦਾ ਬਾਂਝਪਨ, ਤੇ ਇਸ ਦੇ ਨਾਂ ਦੇ ਉੱਤੇ ਵਿਸ਼ਵ ਪੱਧਰ ਦੇ ਉੱਤੇ ਬਹੁਤ ਵੱਡਾ ਵਪਾਰ ਚੱਲ ਰਿਹਾ ਹੈ। ਕੀ ਇਹ ਬਿਨਾਂ ਪੈਸਿਆਂ ਤੋਂ ਵੀ ਠੀਕ ਹੋ ਸਕਦੀ ਹੈ? ਪਹਿਲੇ ਇਹਦੇ ਕਾਰਨ ਕੀ ਨੇ, ਕਿਉਂ ਇਹ ਅਜਿਹੀ ਸਥਿਤੀ 'ਚ ਪਹੁੰਚ ਜਾਂਦੀ ਹੈ, ਅਤੇ ਕਿਉਂ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਜਿਹਦੇ ਨਾਲ ਹੋਰ ਬਹੁਤ ਸਾਰੇ ਰੋਗ ਪੈਦਾ ਹੁੰਦੇ ਨੇ, ਅਤੇ ਇੱਥੋਂ ਤੱਕ ਕਿ ਲੋਕ ਆਤਮ ਹੱਤਿਆ ਵੀ ਕਰ ਜਾਂਦੇ ਨੇ, ਪਰਿਵਾਰ ਦੇ ਪਰਿਵਾਰ ਟੁੱਟ ਜਾਂਦੇ ਨੇ, ਤਲਾਕ ਤੱਕ ਹੋ ਜਾਂਦੇ ਨੇ। ਕਿਉਂ ਅਜਿਹੀਆਂ ਹਾਲਾਤ ਹੋ ਰਹੇ ਨੇ, ਸਮਾਜ ਟੁੱਟ ਰਿਹਾ, ਇਹਦੇ ਪਿੱਛੇ ਦੇ ਕੀ ਕਾਰਨ ਨੇ? ਕੀ ਇਸ ਸਾਰੇ ਸਿਚੁਏਸ਼ਨ ਤੋਂ ਬਚਿਆ ਜਾ ਸਕਦਾ ਹੈ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਕਮਲ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਬਾਂਝਪਨ ਅਤੇ ਜਿਹਨੂੰ ਆਪਾਂ ਇਨਫਰਟੀਲਿਟੀ ਵੀ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ, ਅਤੇ ਨਪੁੰਸਕਤਾ ਇੱਕ ਅਜਿਹੇ ਰੋਗ ਨੇ ਜਿਹੜੇ ਕਿ ਨਾ ਸਿਰਫ ਇਨਸਾਨ ਨੂੰ ਮਾਨਸਿਕ ਕਸ਼ਟ ਦਿੰਦੇ ਨੇ, ਬਲਕਿ ਪਰਿਵਾਰ ਤੋੜ ਦਿੰਦੇ ਨੇ। ਲੋਕ ਆਤਮ ਹੱਤਿਆ ਤੱਕ ਕਰਨ ਚਲੇ ਜਾਂਦੇ ਨੇ। ਆਤਮ ਹੱਤਿਆਵਾਂ ਹੁੰਦੀਆਂ ਨੇ ਇਹਦੇ ਕਾਰਨ, ਪਰਿਵਾਰ ਟੁੱਟ ਜਾਂਦੇ ਨੇ, ਕਲੇਸ਼ ਰਹਿੰਦੇ ਨੇ ਆਪਸ ਦੇ ਵਿੱਚ, ਥਾਣਿਆਂ ਕਚਹਿਰੀਆਂ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ। ਕੀ ਇਸ ਤੋਂ ਬਚਣ ਦੇ ਕੋਈ ਰਸਤੇ ਹੈਗੇ ਨੇ? ਸਭ ਤੋਂ ਪਹਿਲਾਂ ਆਪਾਂ ਆਈਏ ਕਿ ਬਾਂਝਪਨ, ਅਤੇ ਉਸ ਤੋਂ ਬਾਅਦ ਆਪਾਂ ਆਵਾਂਗੇ ਜਿਹੜਾ ਨਪੁੰਸਕਤਾ। ਬਾਂਝਪਨ ਦਾ ਮੁੱਖ ਕਾਰਨ ਕੀ ਹੁੰਦਾ, ਅਤੇ ਜੇ ਕੋਈ ਬਾਂਝ ਹੈਗਾ ਤਾਂ ਉਸ ਨੂੰ ਫਿਰ ਅੱਗੇ ਚੱਲ ਕੇ ਉਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ? ਕੁਲਵੰਤ ਜੀ, ਬਹੁਤ ਵਧੀਆ ਵਿਸ਼ਾ ਤੁਸੀਂ ਲਿੱਤਾ ਹੈ, ਕਿਉਂਕਿ ਅੱਜ ਇਸ ਜਿਹੜੀ ਹੈ, ਜਿਹਨੂੰ ਆਪਾਂ ਪੀੜਾ ਕਹਿ ਲਈਏ, ਇਸ ਪੀੜਾ ਤੋਂ ਪੀੜਤ ਵਿਅਕਤੀਆਂ ਦੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ, ਔਰ ਇੱਕ ਪੂਰਾ ਸਪੈਕਟਰਮ ਹੈ, ਪੂਰੀ ਰੇਂਜ ਹੈ ਕਿ ਕਿਸ ਢੰਗ ਦੇ ਨਾਲ ਸਾਡੀ ਪ੍ਰਜਨਨ ਪ੍ਰਣਾਲੀ ਜਿਹੜੀ ਹੈ ਉਹ ਲਗਾਤਾਰ ਉਹਦੀ ਸਿਹਤ ਜਿਹੜੀ ਹੈ ਥੱਲੇ ਨੂੰ ਜਾ ਰਹੀ ਹੈ। ਪਿਛਲੇ 60 ਸਾਲਾਂ 'ਚ ਜਿਹੜਾ ਪ੍ਰਜਨਨ ਪ੍ਰਣਾਲੀ ਦੀ ਸਿਹਤ ਜੇ 100 'ਤੇ ਸੀ ਤਾਂ ਹੌਲੀ ਹੌਲੀ ਡਿਕਲਾਈਨ ਕਰਦੀ ਉਹ 40, 30, 35 'ਤੇ ਆ ਚੁੱਕੀ ਹੈ। ਅੱਛਾ। ਇਹ ਪਿਛਲੇ 60 ਸਾਲ 'ਚ ਵਰਤਾਰਾ ਵਾਪਰ ਰਿਹਾ ਹੈ। ਇਹ ਪੂਰੀ ਦੁਨੀਆ 'ਚ ਵੀ ਵਾਪਰ ਰਿਹਾ, ਅਤੇ ਹਿੰਦੁਸਤਾਨ 'ਚ ਵੀ ਵਾਪਰ ਰਿਹਾ, ਪਰ ਪੰਜਾਬ ਦੇ ਅੰਦਰ ਖਾਸ ਕਰਕੇ ਵਰਤਾਰਾ ਬਹੁਤ ਤੀਬਰ ਹੈ ਬਾਕੀ ਸਟੇਟਾਂ ਨਾਲੋਂ ਅਤੇ ਬਾਕੀ ਦੁਨੀਆ ਨਾਲੋਂ। ਉਹਦੇ ਕੁਝ ਕਾਰਨ ਨੇ ਜਿਹਨਾਂ ਨੂੰ ਆਪਾਂ ਨੂੰ ਦੇਖਣਾ ਬਣਦਾ, ਪਰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਹ ਪ੍ਰਜਨਨ ਸਿਹਤ ਹੈ, ਇਹ ਕਿਵੇਂ ਜੀਵਨ ਜਿਹੜਾ ਹੈ, ਜੀਵਨ ਚੱਲਦਾ ਹੀ ਆਪਣੇ ਜਿਹੜੇ ਬੱਚਿਆਂ ਦੀ ਉਤਪਤੀ ਦੇ ਸਿਰ 'ਤੇ ਹੈ, ਕਿ ਆਪਣੇ ਵਰਗਾ ਹੋਰ ਜੀਵ ਉਤਪਤੀ ਕਰਨਾ ਕੁਦਰਤ ਦਾ ਨਿਯਮ ਹੈ, ਉਹਦੇ ਸਿਰ 'ਤੇ ਜੀਵਨ ਚੱਲਦਾ। ਕਿ ਜੇ ਤੁਸੀਂ ਉਤਪਤੀ ਨਹੀਂ ਕਰ ਸਕਦੇ ਤਾਂ ਤੁਸੀਂ ਅਗਲਾ ਜੀਵਨ ਬੰਦ ਹੈ ਤੁਹਾਡਾ। ਅਤੇ ਇਹ ਜਿਹੜੀ ਉਤਪਤੀ ਹੈ, ਇਹ ਸਵਾਏ ਸੂਖਸ਼ਮ ਜੀਵਾਂ ਨੂੰ ਛੱਡ ਕੇ, ਜਿੱਥੇ 1 ਤੋਂ 2 ਅਤੇ 2 ਤੋਂ 4 ਹੋ ਜਾਂਦੇ ਆਟੋਮੈਟਿਕ ਹੈ ਉਹਦੇ 'ਚ, ਉਹਨਾਂ ਨੂੰ ਛੱਡ ਕੇ ਬਾਕੀ ਜਿਹੜੀ ਉਤਪਤੀ ਹੈ ਉਹਦਾ ਖਾਸ ਸਿਸਟਮ ਬਣਾਇਆ ਹੋਇਆ ਨੇਚਰ ਨੇ। ਉਹਦੇ ਅੰਦਰ ਮੇਲ ਬਣਾਇਆ, ਫੀਮੇਲ ਬਣਾਈ, ਮੇਲ ਫੀਮੇਲ ਦਾ ਜਿਹੜਾ ਜੋੜ ਬਣਾਇਆ, ਮਿਲਣ ਬਣਾਇਆ, ਮੇਲ ਫੀਮੇਲ ਦੇ ਮਿਲਣ ਨਾਲ ਫਿਰ ਇੱਕ ਨਵਾਂ ਬੱਚਾ ਪੈਦਾ ਹੁੰਦਾ। ਇਹ ਕੁਦਰਤ ਨੇ ਇੱਕ ਨਿਯਮ ਬਣਾਇਆ ਕਿ 2 ਵਿਅਕਤੀਆਂ ਨੂੰ ਇਕੱਠਾ ਕਰਕੇ ਬੱਚਾ ਪੈਦਾ ਕਰਦੀ ਹੈ, ਕਿਉਂਕਿ ਕੁਦਰਤ ਵਿੱਚ ਵਿਕਾਸ ਚਾਹੁੰਦੀ ਹੈ। ਵਿਕਾਸ ਤਾਂ ਹੀ ਹੁੰਦਾ ਜੇ ਕੁਛ ਉਹਦੇ 'ਚ ਤਬਦੀਲੀ ਹੋਵੇ, ਅਤੇ ਤਬਦੀਲੀ ਤਾਂ ਹੀ ਹੋਏਗੀ ਜੇ ਇੱਕ ਦੀ ਜਾਂ 2 ਮਿਲ ਕੇ ਇੱਕ ਬੱਚਾ ਪੈਦਾ ਕਰਨ। ਤਾਂ ਉਹ ਕੁਦਰਤ ਨੇ ਬਹੁਤ ਸੁੰਦਰ ਇੱਕ ਨਿਯਮ ਖੜਾ ਕੀਤਾ ਹੈ, ਜਿਹੜਾ ਕਿ ਕੁਦਰਤ ਨੇ ਪ੍ਰੋਗਰੈਸ ਵਾਸਤੇ ਖੜਾ ਕੀਤਾ ਸੀਗਾ, ਤਾਂ ਕਿ ਅੱਗੇ ਅਗਲੀ ਪੀੜ੍ਹੀ ਹੋਰ ਉੱਪਰ ਨੂੰ ਜਾਵੇ। ਕੁਦਰਤ ਦਾ ਨਿਯਮ ਤਾਂ ਇਹ ਕਹਿੰਦਾ ਸੀਗਾ, ਕੁਦਰਤ ਦਾ ਨਿਯਮ ਦੇ ਵਿੱਚ ਤਾਂ ਜਿਹੜੀ ਇਹ ਭਾਸ਼ਾ ਹੈ ਕਿ ਜਿਹੜੀ ਪ੍ਰਜਨਨ ਪ੍ਰਣਾਲੀ ਹੈ ਉਹ ਵਿਕਸਿਤ ਹੁੰਦੀ ਨਹੀਂ, ਅਤੇ ਜੀਵ ਜਿਹੜਾ ਅਗਲੀ ਪੀੜ੍ਹੀ ਆਵੇ ਉਹ ਪਿਛਲੀ ਨਾਲੋਂ 4 ਕਦਮ ਅੱਗੇ ਹੋਵੇ, 4 ਪੁਆਇੰਟ ਉੱਪਰ ਹੋਵੇ, ਉਹਦੇ ਨਾਲੋਂ ਫਿਜ਼ੀਕਲੀ ਤਕੜੀ ਹੋਵੇ, ਮੈਂਟਲੀ ਤਿੱਖੀ ਹੋਵੇ, ਉਹਦੇ ਸਾਰੇ ਗੁਣ ਜਿਹੜੇ ਹੋਣ ਉਹ ਵੱਧ ਹੋਣ, ਨਾ ਕਿ ਘੱਟ ਹੋਣ। ਲੇਕਿਨ ਅੱਜ ਜਿਹੜਾ ਵਰਤਾਰਾ ਹੋ ਰਿਹਾ ਉਹ ਬਿਲਕੁਲ ਉਹਦਾ ਉਲਟ ਹੋ ਰਿਹਾ ਕਿ ਜਿਹੜਾ ਆਉਣ ਵਾਲੀ ਪੀੜ੍ਹੀ ਹੈ ਉਹ ਕਮਜ਼ੋਰ ਹੋ ਰਹੀ ਲਗਾਤਾਰ, ਫਿਜ਼ੀਕਲੀ ਵੀ, ਮੈਂਟਲੀ ਵੀ, ਔਰ ਰਿਪਰੋਡਕਟਿਵ ਹੈਲਥ ਦੇ ਪ੍ਰਜਨਨ ਪ੍ਰਣਾਲੀ ਵੀ ਉਹਦੀ। ਸੋ ਇਹ ਵਰਤਾਰਾ ਜਿਹੜਾ ਵਾਪਰ ਰਿਹਾ ਇਹ ਕਿਤੇ ਨਾ ਕਿਤੇ ਬਹੁਤ ਡਿਸਟਰਬਿੰਗ ਹੈ। ਮੰਦਭਾਗੀ ਗੱਲ ਇਹ ਹੈ ਕਿ ਮੁੱਖ ਧਾਰਾ ਮੈਡੀਕਲ ਪ੍ਰੋਫੈਸ਼ਨ ਨੇ ਇਸ ਵਰਤਾਰੇ ਨੂੰ ਬਿਲਕੁਲ ਅਣਗੌਲਿਆ ਕੀਤਾ। ਹਾਲਾਂਕਿ ਇਹਦੇ ਜਿਹੜੇ ਇੰਡੀਕੇਟਰ ਨੇ ਬਹੁਤ ਸਪਸ਼ਟ ਦਿਖ ਰਹੇ ਆ, ਪਰ ਕਿਉਂਕਿ ਮੁੱਖ ਧਾਰਾ ਮੈਡੀਕਲ ਪ੍ਰੋਫੈਸ਼ਨ ਜਿਹੜਾ ਹੈ ਉਹ ਇੱਕ ਖਾਸ ਕਿਸਮ ਦੀ ਮਾਨਸਿਕਤਾ ਤੋਂ ਪੀੜਤ ਹੈ, ਜਿਹੜੀ ਮਾਨਸਿਕਤਾ ਕਾਰਪੋਰੇਟ ਲੈ ਕੇ ਆਇਆ ਕਿ ਉਹਨਾਂ ਨੇ ਸਿਹਤ ਨੂੰ ਸਿਰਫ ਧੰਦਾ ਬਣਾ ਦਿੱਤਾ, ਕਿ ਸਿਹਤ ਦੇ ਵਿੱਚ ਕੰਮ ਕਰਨ ਦਾ ਮਤਲਬ ਹੈ ਕਿ ਤੁਸੀਂ
ਪੈਸੇ ਹੋਰ ਕਮਾਓ, ਫਿਰ ਹੋਰ ਕਮਾਓ, ਫਿਰ ਹੋਰ ਕਮਾਓ, ਫਿਰ ਹੋਰ ਕਮਾਓ, ਪੈਸੇ ਕਮਾਉਣਾ ਜਿਵੇਂ ਇੱਕ ਮੁੱਖ ਧੰਦਾ ਬਣ ਗਿਆ। ਤਾਂ ਉਹ ਧਿਆਨ ਸਾਰਾ ਉੱਧਰ ਹੈ। ਅਤੇ ਜਿਹੜੇ ਇਹੋ ਜਿਹੇ ਵਰਤਾਰੇ ਵਾਪਰ ਰਹੇ ਹੈ ਖਤਰਨਾਕ ਕਿਸਮ ਦੇ, ਉੱਧਰ ਇਸ ਗੱਲ ਦੇ ਬਾਵਜੂਦ ਕਿ ਉਹਦੀ ਜਿਹੜੀ ਘੰਟੀ ਵੱਜ ਰਹੀ ਹੈ, ਘੰਟੀ ਨਹੀਂ ਘੜਿਆਲ ਵੱਜ ਰਿਹਾ ਕਿ ਤੁਹਾਡਾ ਜਿਹੜਾ ਆਹ ਸਿਸਟਮ ਕਮਜ਼ੋਰ ਹੋ ਰਿਹਾ, ਤਾਂ ਉਹਦੇ ਬਾਵਜੂਦ ਉੱਧਰ ਧਿਆਨ ਨਹੀਂ ਹੈ। ਉਹ ਸਾਡੇ ਵਰਗੇ ਜਿਹੜੇ ਕੁਛ ਲੋਕ ਨੇ ਜਿਹੜੇ ਕਿ ਮੁੱਖ ਧਾਰਾ ਤੋਂ ਵੱਖਰੀ ਗੱਲ ਕਰਨ ਦਾ ਹੌਸਲਾ ਰੱਖਦੇ ਆ, ਉਹ ਗੱਲ ਕਰ ਰਹੇ ਆ। ਕਹੇ ਨਹੀਂ ਕਿ ਗੱਲ ਨਹੀਂ ਹੋ ਰਹੀ, ਪੂਰੀ ਦੁਨੀਆ 'ਚ ਗੱਲ ਹੋ ਰਹੀ ਹੈ ਕਿ ਪ੍ਰਜਨਨ ਪ੍ਰਣਾਲੀ ਵੀਕ ਹੋ ਰਹੀ ਹੈ। ਮੈਂ ਇਕੱਲਾ ਨਹੀਂ ਕਹਿ ਰਿਹਾ, ਇੰਡੀਆ 'ਚ ਵੀ ਗੱਲ ਹੋ ਰਹੀ ਹੈ ਔਰ ਪੰਜਾਬ 'ਚ ਗੱਲ ਕਰਨ ਵਾਲੇ ਵੀ ਲੋਕ ਹੈਗੇ ਆ ਜਿਹੜੇ ਕਿ ਇਸ ਗੱਲ ਨੂੰ ਮੰਨਦੇ ਆ। ਔਰ ਅੱਜ ਉਹਦੇ ਨਾਲ ਇੱਕ ਖੁਸ਼ੀ ਵਾਲੀ ਗੱਲ ਵੀ ਆ ਕਿ ਜਦੋਂ ਅਸੀਂ ਅੱਜ ਤੋਂ 10 ਸਾਲ ਪਹਿਲਾਂ ਇਹ ਗੱਲ ਕਰਨੀ ਸ਼ੁਰੂ ਕੀਤੀ ਸੀ, ਤਾਂ ਉਦੋਂ ਸਾਨੂੰ ਲੱਗਿਆ ਸੀ ਕਿ ਸਾਡੀ ਗੱਲ ਕਿਸੇ ਸੁਣਨੀ ਨਹੀਂ ਹੈ, ਕਿਉਂਕਿ ਕੋਈ ਗੱਲ ਕਰ ਹੀ ਨਹੀਂ ਰਿਹਾ। ਹੋਰ ਕੋਈ ਵੀ ਕਿੱਥੋਂ ਨਵੀਂ ਜਿਹੀ ਗੱਲ ਕੱਢ ਰਹੇ ਆ ਵੀ ਸਾਡੇ ਪ੍ਰਜਨਨ ਪ੍ਰਣਾਲੀ ਵੀਕ ਹੋ ਰਹੀ ਹੈ। ਤਾਂ ਅਸੀਂ ਪਹਿਲਾਂ 3 ਸਾਲ ਤਾਂ ਇਸ ਗੱਲ ਨੂੰ ਪੂਰਾ ਘੋਖਿਆ। ਇਹ ਸਾਨੂੰ ਨੋਟਿਸ ਆਉਣਾ ਸ਼ੁਰੂ ਹੋ ਗਿਆ ਸੀ ਕੋਈ ਲਗਭਗ 8-9 ਤੋਂ, ਅਤੇ ਹਾਂ, ਅਤੇ ਅਸੀਂ ਫਿਰ 11-12 ਤੱਕ 3 ਸਾਲ ਚੁੱਪ ਰਹੇ, ਕਿਉਂਕਿ ਸਾਨੂੰ ਇਹ ਲੱਗਦਾ ਸੀਗਾ ਕਿ ਜੇ ਅਸੀਂ ਬੋਲਾਂਗੇ ਤਾਂ ਬਹੁਤ ਨੁਕਤਾਚੀਨੀ ਹੋਏਗੀ ਕਿ ਇਹ ਐਵੇਂ ਲੋਕਾਂ ਨੂੰ ਡਰਾਈ ਜਾਂਦੇ ਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਚਲੋ ਫਿਰ ਜਦੋਂ ਸਾਨੂੰ ਇਹ ਗੱਲ ਪੱਕੀ ਹੋ ਗਈ ਕਿ ਵੀ ਇਹ ਤਾਂ ਵਰਤਾਰਾ ਜਿਹੜਾ ਹੈਗਾ ਇਹਦੇ ਬਾਰੇ ਤਾਂ ਬੋਲਣਾ ਚਾਹੀਦਾ ਹੈ, ਅਤੇ ਇਹ ਵਰਤਾਰਾ ਪੱਕਾ ਹੈ, ਸਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਅਤੇ ਸਾਡੇ ਕੋਲ ਪੱਕੇ ਪ੍ਰੂਫ ਇਹਦੇ ਕੋਲ ਹੈਗੇ ਆ। ਫਿਰ ਅਸੀਂ 11-12 'ਚ ਬੋਲਣਾ ਸ਼ੁਰੂ ਕੀਤਾ। ਤਾਂ ਉਸ ਤੋਂ ਬਾਅਦ ਹੁਣ ਤੱਕ ਬੋਲਦੇ ਹਾਂ। ਤਾਂ ਤੁਹਾਨੂੰ ਮੈਂ ਇੱਕ ਜਿਹੜੀ ਖਬਰ ਨਿਊਜ਼ ਦੱਸਦਾ ਕਿ ਅੱਜ ਤੱਕ ਕਿਸੇ ਵੀ ਬੰਦੇ ਨੇ, ਕਿਸੇ ਵੀ TV ਨੇ, ਕਿਸੇ ਵੀ ਅਖਬਾਰ ਨੇ, ਹਾਲਾਂਕਿ ਅਖਬਾਰਾਂ 'ਚ ਵੀ ਦਿੱਤਾ, TV 'ਤੇ ਵੀ ਆਏ, ਓਪਨਲੀ ਪਲੇਟਫਾਰਮਾਂ 'ਤੇ ਬੋਲੇ, ਸੈਮੀਨਾਰਾਂ 'ਚ ਬੋਲੇ, ਤਾਂ ਹੌਲੀ ਹੌਲੀ ਆਮ ਬੰਦੇ ਵੀ ਇਹ ਗੱਲ ਨੂੰ ਸਮਝਣ ਲੱਗ ਗਏ ਅਤੇ ਕਰਨ ਲੱਗ ਗਏ ਗੱਲ, ਕਿਉਂਕਿ ਉਹ ਦਿਖ ਰਿਹਾ। ਈਵਨ ਲੇਮੈਨ ਜਿਹੜਾ ਹੈ, ਜਿਹੜੇ ਪਰਿਵਾਰ ਨੇ ਉਹ ਜਿਹੜੇ ਦਾ ਦੁੱਖ ਭੋਗ ਰਹੇ ਹੈ, ਕਿਉਂਕਿ ਅੱਜ ਕੱਲ੍ਹ ਪਰਿਵਾਰ ਬੜੇ ਸੂਝਵਾਨ ਹੋ ਗਏ ਹੈ। ਜੇ ਉਹਨੂੰ ਕੋਈ ਅਲਟਰਾਸਾਊਂਡ ਕਰਾਉਂਦੇ ਆ ਤਾਂ ਉਹ ਪੁੱਛਦੇ ਆ ਵੀ PCOD ਕੀ ਹੁੰਦਾ ਹੈ, ਸਾਡੀ ਕੁੜੀ ਲੜਕੀ ਦੇ ਅੰਡਕੋਸ਼ ਦੇ ਅੰਦਰ ਇਹ ਪਾਣੀ ਵਾਲੀਆਂ ਗੱਠਾਂ ਕਿਉਂ ਨੇ, ਉਹ ਗੱਠਾਂ ਦਾ ਫਿਰ ਪ੍ਰਭਾਵ ਵੀ ਦਿਖਦੇ ਆ। ਉਹ ਕਿ ਮਹੀਨਾ ਨਹੀਂ ਠੀਕ ਆ ਰਿਹਾ, ਜਿਹੜੇ ਪੀਰੀਅਡਸ ਨੇ ਕੋਈ ਕਦੇ ਗੜਦ ਗੁੜੇ ਜਿਹੇ ਹੋ ਜਾਂਦੇ ਆ, ਕਦੇ ਘੱਟ ਦਿਨ 'ਤੇ ਆ ਜਾਂਦੇ, ਕਦੇ ਵੱਧ ਦਿਨ 'ਤੇ ਆ ਜਾਂਦੇ, ਕਦੇ ਘੱਟ ਆ ਜਾਂਦੇ, ਕਦੇ ਵੱਧ ਆ ਜਾਂਦੇ ਆ, ਕਦੇ ਦਰਦ ਕਰਨ ਲੱਗ ਜਾਂਦਾ। ਤਾਂ ਕੁਛ ਨਾ ਕੁਛ ਗੜਬੜ ਹੋਈ ਜਾ ਰਹੀ ਹੈ। ਫਿਰ ਜਾ ਕੇ ਜਦੋਂ ਬੱਚੇ ਮੈਰਿਜ ਹੋ ਜਾਂਦਾ ਬੱਚਿਆਂ ਦੀ, ਤਾਂ ਬੱਚਾ ਨਹੀਂ ਹੁੰਦਾ, ਪ੍ਰੈਗਨੈਂਸੀ ਨਹੀਂ ਹੁੰਦੀ, ਤਾਂ ਜਦੋਂ ਜਾ ਕੇ ਗਾਇਨੀਕੋਲੋਜਿਸਟ ਨੂੰ ਕਹਿੰਦੇ, ਉਹ ਤਾਂ ਕਹਿੰਦੇ ਅੰਡਾ ਹੀ ਨਹੀਂ ਬਣ ਰਿਹਾ। ਆਮ ਹੀ ਹੋ ਗਿਆ, ਜੀ ਅੰਡਾ ਨਹੀਂ ਬਣਦਾ, ਪੀਰੀਅਡ ਆ ਗਏ ਆ, ਅੰਡਾ ਨਹੀਂ ਬਣਦਾ। ਤਾਂ ਇਹ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਇੰਨਾ ਕਾਮਨ ਹੋ ਗਿਆ, ਉਹ ਲਈ ਦੋਨੋਂ ਸੈਕਸ ਜਿਹੜੇ ਨੇ ਉਹ ਇਕੁਅਲੀ ਪ੍ਰਭਾਵਿਤ ਹੋ ਰਹੇ ਆ। ਇਹ ਨਹੀਂ ਵੀ ਇਕੱਲੀਆਂ ਫੀਮੇਲਸ ਹੋ ਰਹੀਆਂ ਨੇ, ਫੀਮੇਲਸ ਵੀ ਹੋ ਰਹੀਆਂ ਨੇ, ਮੇਲਸ ਵੀ ਹੋ ਰਹੇ ਆ। ਫੀਮੇਲਸ ਦਾ ਕਿਉਂਕਿ ਰਿਪਰੋਡਕਟਿਵ ਸਿਸਟਮ ਡਿਫਰੈਂਟ ਟਾਈਪ ਦਾ, ਮੇਲਸ ਨਾਲੋਂ ਉਹਦੀਆਂ ਅਲਾਮਤਾਂ ਅਲੱਗ-ਅਲੱਗ ਨੇ। ਉਦਾਹਰਨ ਦੇ ਤੌਰ 'ਤੇ ਮੇਲ 'ਚ ਅਲਾਮਤ ਹੈ ਕਿ ਸਪਰਮ ਕਾਊਂਟ ਘਟ ਰਹੇ ਆ, ਬਹੁਤ ਤੇਜ਼ੀ ਨਾਲ ਘਟੇ ਆ, 113 ਮਿਲੀਅਨ ਤੋਂ ਲਾ ਕੇ ਹੁਣ 20-25 ਮਿਲੀਅਨ 'ਤੇ ਆ ਗਏ, ਚੌਥੇ ਹਿੱਸੇ 'ਤੇ ਆਪਾਂ ਪਹੁੰਚ ਗਏ ਹੋਏ ਆ। ਅੱਛਾ, ਅੱਜ ਤੋਂ 100 ਸਾਲ ਪਹਿਲਾਂ 113 ਮਿਲੀਅਨ ਸੀਗੀ ਜਿਹੜੀ ਓਫੀਸ਼ੀਅਲ ਫਿਗਰ ਸੀਗੀ ਸਪਰਮਸ ਪਰ ਮਿਲੀਲੀਟਰ। ਅੱਜ 20-25 ਦੇ ਪਹੁੰਚ ਗਏ। ਅਤੇ ਬੱਚੇ ਵਾਸਤੇ ਕਿੰਨੀ ਚਾਹੀਦੀ ਹੁੰਦੀ ਹੈ? ਬੱਚੇ ਵਾਸਤੇ ਤਾਂ ਜਿਹੜੀ ਹੈ ਸਰਜਨ ਦਾ ਘਟਣ ਨਾਲ ਵੀ ਕੋਈ ਕੁਦਰਤ ਰਿਜ਼ਰਵ ਦਿੱਤਾ ਹੋਇਆ, ਤਾਂ ਹੀ ਉਹਦੀ ਹਾਹਾਕਾਰ ਨਹੀਂ ਮੱਚੀ ਅਜੇ, ਕਿਉਂਕਿ ਕੁਦਰਤ ਜਿਹੜੀ ਹੈ ਭਗਵਾਨ ਜੀ ਹਰ ਚੀਜ਼ ਰਿਜ਼ਰਵ ਦਿੰਦੀ ਹੈ ਸਾਨੂੰ ਮੰਨ ਲਓ 2 ਗੁਰਦੇ ਦਿੱਤੇ ਆ ਅਤੇ ਸਾਡਾ ਇੱਕ ਨਾਲ ਵੀ ਸਰ ਸਕਦਾ, ਲੇਕਿਨ ਰਿਜ਼ਰਵ ਦਿੱਤਾ ਕੁਦਰਤ ਨੇ। ਹਰ ਚੀਜ਼ ਦਾ ਕੁਦਰਤ ਨੇ ਰਿਜ਼ਰਵ ਦਿੱਤਾ ਹੋਇਆ। ਸਪਰਮ 'ਚ ਵੀ ਕੁਦਰਤ ਨੇ ਸਪਰਮ 'ਚ ਬਹੁਤ ਜ਼ਿਆਦਾ ਰਿਜ਼ਰਵ ਦਿੱਤਾ। ਸਪਰਮ ਜਿਹੜਾ ਜਿੰਨਾ ਸਾਡਾ 113 ਮਿਲੀਅਨ ਸੀਗਾ, ਉਹਦੇ ਨਾਲ ਉਹਦੇ ਤੋਂ ਚੌਥੇ ਹਿੱਸੇ 5ਵੇਂ ਹਿੱਸੇ ਤੱਕ ਵੀ ਸਰ ਜਾਂਦਾ, ਲੇਕਿਨ ਪੋਸੀਬਿਲਿਟੀ ਘੱਟ ਜਾਂਦੀ ਹੈ। ਜਿੰਨੇ ਬੇਔਲਾਦੇ ਜੋੜੇ 113 ਮਿਲੀਅਨ 'ਤੇ ਹੁੰਦੇ ਸੀਗੇ ਜਦੋਂ ਅਸੀਂ ਬੱਚੇ ਸੀ, ਉਦੋਂ ਮੈਂ ਦੇਖਦਾ ਹੁੰਦਾ ਸੀਗਾ ਕਿ ਇੱਕ ਪਿੰਡ 'ਚ ਕਪਲ ਵੀ ਮੁਸ਼ਕਿਲ ਨਾਲ ਹੁੰਦਾ ਸੀਗਾ ਜਿਹੜੇ ਕਹਿੰਦੇ ਜੀ ਔਲਾਦ ਨਹੀਂ ਹੋਈ। ਇੱਕ ਦਾ ਕਪਲ ਹੁੰਦਾ ਸੀ, ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਮੇਰੇ ਤਾਂ ਔਲਾਦ ਨਹੀਂ ਹੋਈ, ਔਰ ਬੜਾ ਉਹਨੂੰ ਮਾੜਾ ਮੰਨਿਆ ਜਾਂਦਾ ਸੀ। ਉਹਨੂੰ ਬਾਂਝ ਕਹਿੰਦੇ ਸੀਗੇ। ਬਾਂਝ ਔਰਤ ਲਈ ਬਾਂਝ ਲਫ਼ਜ਼ ਗਾਲ ਸੀ, ਬਹੁਤ ਵੱਡੀ ਗਾਲ ਸੀ, ਬਾਂਝ ਹੈ। ਜਿਹਨੇ ਕਿਸੇ ਨੂੰ ਗਾਲ ਕੱਢਣੀ ਹੁੰਦੀ ਸੀ, ਸ਼ਰਾਪ ਦੇਣਾ ਹੁੰਦਾ ਸੀ ਸੱਸ ਨੇ ਨੂੰਹ ਨੂੰ, ਤਾਂ ਉਹ ਬਾਂਝ ਕਹਿ ਕੇ ਗਾਲ ਦਿੰਦੀ ਸੀ, ਉਹਦਾ ਬਾਂਝ ਹੈ। ਅਤੇ ਬਾਂਝਪਨ ਜਿਹੜਾ ਬੜਾ ਹੀ ਜਿਹਨੂੰ ਕਹਿੰਦੇ ਆ ਸਰਾਪਿਆ ਹੋਇਆ ਸਮਝਿਆ ਜਾਂਦਾ ਸੀ ਬੰਦੇ ਨੂੰ, ਕਿ ਇਹਨੂੰ ਸ਼ਰਾਪ ਲੱਗਿਆ ਹੋਇਆ ਕੋਈ। ਤਾਂ ਉਹ ਅੱਜ ਜਿਹੜਾ ਹੁਣ ਬਾਂਝਪਨ ਆਮ ਹੋ ਗਿਆ। ਹਰ ਪਿੰਡ ਦੇ ਵਿੱਚ ਜਿਹੜੇ ਮਰਜ਼ੀ ਪਿੰਡ ਚਲੇ ਜਾਓ ਤੁਸੀਂ, ਤੁਹਾਨੂੰ 8-10 ਕਪਲ ਬੜੇ ਆਰਾਮ ਨਾਲ ਮਿਲਣਗੇ ਜਿਹੜੇ ਨਹੀਂ ਹੋ ਰਹੇ, ਔਰ ਕਿੰਨੇ ਜਿਹੜੇ ਕਿ ਨਕਲੀ ਕਰਾ ਕੇ ਆਏ ਆ, ਉਹਦਾ ਕੋਈ ਹਿਸਾਬ ਕਿਤਾਬ ਨਹੀਂ।
ਟੈਸਟਿੰਗ ਕਿਉਂਕਿ ਅੱਜ ਕੱਲ੍ਹ ਜਿਹੜਾ ਵਪਾਰ ਹੋ ਗਿਆ, ਧੰਦਾ ਹੋ ਗਿਆ, ਉਹ ਕਪਲ ਜਾਂਦਾ ਉਹਦੇ ਕੋਲੇ 2-3 ਲੱਖ 4 ਲੱਖ 5 ਲੱਖ 10 ਲੱਖ ਖਰਚਦਾ ਹੈ, ਉਹ ਬੱਚਾ ਲੈ ਕੇ ਆ ਜਾਂਦਾ ਹੈ। ਹੁਣ ਉਹ ਬੱਚਾ ਮਾਂ ਦਾ ਅੰਡਾ ਸੀਗਾ ਕਿ ਬਾਪ ਦਾ ਸਪਰਮ ਸੀਗਾ ਕਿ ਨਹੀਂ ਸੀਗਾ, ਮਾਂ ਦਾ ਅੰਡਾ ਸੀਗਾ ਕਿ ਨਹੀਂ ਸੀਗਾ, ਕੋਈ ਪਤਾ ਨਹੀਂ। ਉਹ ਨਾ ਕੋਈ ਟੈਸਟ ਕਰਾਉਂਦੇ, ਨਾ ਕੋਈ ਟੈਸਟ ਕੋਈ ਡਰਦਾ ਕਰਾਉਂਦੇ ਨਹੀਂ ਹੈ। ਟੈਸਟ ਅਗਲਾ ਕਹਿੰਦਾ ਵੀ ਠੀਕ ਹੈ, ਖਸਮਾਂ ਨੂੰ ਖਾ ਗਿਆ, ਅਗਲਾ ਚੁੱਪ ਘੇਸਲ ਜੀ ਵੱਟ ਕੇ ਵੀ ਬੱਚਾ ਹੋ ਗਿਆ, ਬਸ ਚੱਲ ਠੀਕ ਹੈ। ਕੋਈ ਗਰੰਟੀ ਨਹੀਂ ਵੀ ਤੁਹਾਡਾ ਅੰਡਾ ਵਰਤਿਆ, ਕੋਈ ਗਰੰਟੀ ਨਹੀਂ ਤੁਹਾਡਾ ਸਪਰਮ ਵਰਤਿਆ। ਉਸ ਦਾ ਅੰਡਾ ਵੀ ਤੁਹਾਡਾ ਨਾ ਹੋਵੇ, ਸਪਰਮ ਵੀ ਤੁਹਾਡਾ ਨਾ ਹੋਵੇ, ਉਸ ਦਾ ਅੰਡਾ ਤੁਹਾਡਾ ਹੋਵੇ, ਸਪਰਮ ਤੁਹਾਡਾ ਨਾ ਹੋਵੇ। ਇਸ ਕਰਕੇ ਇਹ ਜਿਹੜਾ ਤਰੀਕਾ ਹੈ, ਤਰੀਕੇ ਨੇ ਇਹ ਅਲੱਗ-ਅਲੱਗ ਜਿਹੜੇ ਨੇ ਇਹ ਬੜੇ ਹੀ ਖਤਰਨਾਕ ਨੇ। ਉਹਦੇ ਅੰਦਰ ਬਹੁਤ ਧੰਦੇਬਾਜ਼ੀ ਹੋ ਰਹੀ ਹੈ। ਔਰ ਇੱਥੋਂ ਤੱਕ ਵੀ ਗੱਲਾਂ ਆ ਰਹੀਆਂ ਨੇ ਕਿ ਮੁੰਡੇ ਜ਼ਿਆਦਾ ਹੁੰਦੇ ਨੇ। ਹੁਣ ਮੁੰਡੇ ਕਿਵੇਂ ਜ਼ਿਆਦਾ ਹੋ ਜਾਣਗੇ, ਤਾਂ ਮਤਲਬ ਸਪਰਮ ਸਿਲੈਕਸ਼ਨ ਵੀ ਕਰ ਰਹੇ ਹੋ। ਸਪਰਮ ਸਿਲੈਕਸ਼ਨ ਦਾ ਮੈਥਡ ਆ ਗਿਆ ਹੋਇਆ ਕਿ ਮੁੰਡੇ ਵਾਲੇ ਸਪਰਮ ਤੇ ਕੁੜੀ ਵਾਲੇ ਸਪਰਮ ਅਲੱਗ-ਅਲੱਗ ਹੋ ਸਕਦੇ ਆ। ਇੱਕ ਪਾਸੇ ਉਹ ਕੋਈ ਜੁਰਮ ਹੈ, ਇੱਕ ਪਾਸੇ ਉਹ ਜਿਹੜੀ ਆ ਹਿੰਦੁਸਤਾਨ ਦਾ ਕਾਨੂੰਨ ਇਹ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਮੁੰਡੇ ਤੇ ਕੁੜੀ ਸਿਲੈਕਸ਼ਨ ਕਰੋ। ਲੇਕਿਨ ਉਹ ਜੋ ਚੁੱਪ ਚਪੀਤੇ ਸ਼ਾਇਦ ਕਰ ਰਹੇ ਆ ਜਿਵੇਂ ਲੱਗਦਾ, ਕਿਉਂਕਿ ਮੁੰਡੇ ਦਾ ਰੇਟ ਜ਼ਿਆਦਾ ਹੈ, ਕੁੜੀ ਦਾ ਰੇਟ ਘੱਟ ਹੈ, ਪੈਸੇ ਜ਼ਿਆਦਾ ਮਿਲਦੇ ਆ। ਤਾਂ ਇਹ ਜਦੋਂ ਧੰਦੇਬਾਜ਼ੀ ਚੀਜ਼ਾਂ ਜਾਂਦੀਆਂ ਤਾਂ ਬਹੁਤ ਗੰਦੀਆਂ ਹੋ ਜਾਂਦੀਆਂ। ਫਿਰ ਉਸ ਮੈਡੀਕਲ ਪ੍ਰੋਫੈਸ਼ਨ ਬਹੁਤ ਸੁੰਦਰ ਪ੍ਰੋਫੈਸ਼ਨ ਹੈ, ਬਹੁਤ ਬਿਊਟੀਫੁਲ ਪ੍ਰੋਫੈਸ਼ਨ ਹੈ, ਪਰ ਬੜਾ ਗੰਦਾ ਧੰਦਾ ਹੈ। ਪ੍ਰੋਫੈਸ਼ਨ ਬੜਾ ਸੁੰਦਰ ਹੈ, ਪਰ ਧੰਦਾ ਬੜਾ ਗੰਦਾ ਹੈ। ਤਾਂ ਇਸ ਕਰਕੇ ਜਿਹੜਾ ਇਹ ਕਿਸ ਕਿਸਮ ਦਾ ਵਰਤਾਰਾ ਜਿਹੜਾ ਹੋ ਰਿਹਾ, ਉਹਦੇ 'ਚ ਸਪਰਮ ਕਾਊਂਟ ਘੱਟ ਜੇ, ਫਿਰ ਸਪਰਮ ਦੀ ਕੁਆਲਿਟੀ ਘੱਟ ਜਾਂਦੀ ਹੈ। ਕੰਡੇ ਟੁੱਟੇ ਹੋਏ ਆਉਣ ਲੱਗ ਜਾਂਦੇ, ਹਾਂ, ਟੁੱਟੇ ਫੁੱਟੇ ਸਪਰਮ ਹੁੰਦੇ ਆ, ਸਲਗਿਸ਼ ਹੁੰਦੇ ਆ। ਕੁਦਰਤ ਨੇ ਇੱਕ ਸਿਸਟਮ ਬਣਾਇਆ ਹੈ ਕਿ ਜਿਹੜੇ 113 ਮਿਲੀਅਨ ਸਪਰਮ ਦਿੱਤੇ ਉਹਨੇ, ਤਾਂ ਉਹ ਦਿੱਤੇ ਸੀ ਵੀ ਉਹਨਾਂ ਸਪਰਮ ਜਿਹੜਾ ਸਭ ਤੋਂ ਤਿੱਖਾ ਹੋਵੇਗਾ, ਉਹ ਰੇਸ ਲੱਗਦੀ ਉਹਨਾਂ ਦੀ। ਜਦੋਂ ਅੰਡਾ ਆ ਜਾਂਦਾ ਹੈ, ਅੰਡਾ ਤੇ ਸਪਰਮ ਇਕੱਠੇ ਹੋ ਜਾਂਦੇ ਆ, ਤਾਂ ਉਹਦੇ 'ਚ ਰੇਸ ਲੱਗਦੀ, ਜਿਵੇਂ ਉਹ ਹੁੰਦਾ ਨਾ ਮੈਰਾਥਨ ਹੁੰਦੀ ਹੈ ਜਾਂ ਸਪ੍ਰਿੰਟ ਲੱਗਦੀ ਹੈ। ਹਾਂ, ਉਹਦਾ ਰੇਸ ਲੱਗਦੀ ਸਪਰਮ ਦੇ ਅੰਦਰ ਕਿ ਕਿਹੜਾ ਸਪਰਮ ਪਹਿਲਾਂ ਜਾ ਕੇ ਪ੍ਰੈਗਨੈਂਸੀ ਕਰੇਗਾ। ਜਿਹੜਾ ਸਭ ਤੋਂ ਸਟਰੋਂਗ ਸਪਰਮ ਹੁੰਦਾ ਉਹ ਜਾ ਕੇ ਪ੍ਰੈਗਨੈਂਸੀ ਕਰਦਾ। ਤੇ ਜੋ ਸਾਰੇ ਹੀ ਸੁਸਤ ਨੇ, ਤਾਂ ਫਿਰ ਆਪੇ ਹਿਸਾਬ ਲਾ ਲਓ ਬੱਚਾ ਕਿਹੋ ਜਿਹਾ ਹੋਊਗਾ। ਸੋ ਉਹਦੇ ਸੁਸਤ ਸਪਰਮ ਨੇ, ਲੇਜ਼ੀ ਨੇ, ਸਲਗਿਸ਼ ਨੇ, ਟੁੱਟੇ ਫੁੱਟੇ ਹੈ, ਐਬਨੋਰਮਲ ਨੇ, ਆਪੇ ਹਿਸਾਬ ਨਾਲ ਬੱਚਾ ਕਿੱਦਾਂ ਦਾ ਹੋਏਗਾ। ਉਹਦਾ ਉਹ ਸਪਸ਼ਟ ਲਾਮਤਾਂ ਦਿਖ ਰਹੀਆਂ ਨੇ ਕਿ ਬੱਚੇ ਕਮਜ਼ੋਰ ਨੇ, ਬੱਚੇ ਜਲਦੀ ਬਿਮਾਰ ਹੁੰਦੇ ਆ, ਬੱਚੇ ਜਲਦੀ ਮਰ ਜਾਂਦੇ ਆ, ਬੱਚੇ ਜਿਹੜੇ ਨੇ ਅਪੰਗ ਹੋ ਰਹੇ ਆ, ਬੱਚੇ ਮੈਂਟਲੀ ਰਿਟਾਰਡਡ ਨੇ। ਇਹ ਸਾਰੀਆਂ ਲਾਮਤਾਂ ਆ ਰਹੀਆਂ। ਬੱਚੇ ਵਾਰਸ਼ਨਾਂ ਬਹੁਤ ਹੋ ਰਹੀਆਂ ਨੇ, ਫਿਜ਼ੀਕਲੀ ਵੀਕ ਨੇ, ਵਾਰਸ਼ਨਾਂ ਬਹੁਤ ਹੋ ਰਹੀਆਂ। ਸਪੌਂਟੇਨੀਅਸ ਵਾਰਸ਼ਨ ਵੀ ਤੁਸੀਂ ਪ੍ਰੈਗਨੈਂਸੀ ਹੁੰਦੀ ਹੈ, ਮਾਂ ਆਏਗੀ ਜਿਸ 'ਚ 6 ਵਾਰੀ ਵਾਰਸ਼ਨ ਹੋ ਚੁੱਕੀ ਹੈ ਮੇਰੀ, ਮਿਸ ਕਰ 6 ਵਾਰੀ ਵਾਰਸ਼ਨ ਹੋ ਗਈ, ਬੱਚਾ ਠਹਿਰਦਾ ਹੀ ਨਹੀਂ ਹੈ। ਕਦੀ 2 ਮਹੀਨੇ ਤੋਂ ਹੋ ਜਾਣਗੇ, 3 ਮਹੀਨੇ ਤੋਂ ਹੋ ਜਾਣਗੇ, 2 ਮਹੀਨੇ ਤੋਂ 3 ਮਹੀਨੇ ਹੋ ਜਾਣਗੇ। ਜੇ ਕੋਈ ਧੱਕੇ ਨਾਲ ਰੋਕੋ ਉਹਨੂੰ, ਜੇ ਗਾਇਨੇਕੋਲੋਜਿਸਟ ਸਟਰੋਂਗ ਹਾਰਮੋਨ ਤੇ ਸਟੀਰੋਇਡ ਦੇ ਕੇ ਰੋਕਦਾ, ਉਹ ਫਿਰ ਰੋਕ ਤਾਂ ਲੈਂਦਾ, ਫਿਰ ਉਹ ਖਿੱਚਦਾ ਉਹਨੂੰ, ਖਿੱਚ ਕੇ 9 ਮਹੀਨੇ ਪੂਰੇ ਕਰਨ ਦੀ ਕੋਸ਼ਿਸ਼ ਕਰਦਾ। ਕਦੀ ਉਹ ਛਮਾਇਆ ਹੋ ਜਾਂਦਾ, ਕਦੀ ਸਤਮਾਇਆ ਹੋ ਜਾਂਦਾ, ਕਦੀ ਅਠਮਾਇਆ ਹੋ ਜਾਂਦਾ। ਜਦੋਂ ਛਮਾਇਆ ਸਤਮਾਇਆ ਅਠਵਾਂ ਹੋ ਜਾਏਗਾ, ਉਹਨੂੰ ਸੰਭਾਲਣ ਲਈ ਫੈਸਿਲਿਟੀ ਨਹੀਂ ਹੈਗੀ। ਉਹ ਫਿਰ ਉਹ ਆਕਸੀਜਨ ਨਹੀਂ ਮਿਲਦੀ ਬ੍ਰੇਨ ਨੂੰ, ਬ੍ਰੇਨ ਡੈਮੇਜ ਹੋ ਜਾਂਦਾ। ਫਿਰ ਮੰਦਬੁੱਧੀ ਬੱਚੇ ਪੈਦਾ ਹੁੰਦੇ, ਉਹ ਝੜੀ ਲੱਗੀ ਪਈ ਹੈ। ਹਰ ਪਿੰਡ 'ਚ 5-7 ਬੱਚੇ ਮੰਦਬੁੱਧੀ ਨੇ। ਜਿਹੜਾ ਕਿ ਮੰਦਬੁੱਧੀ ਬੱਚਾ ਕਿਤੇ ਹੀ ਹੁੰਦਾ ਸੀਗਾ, ਵਿਰਲਾ। ਮੈਨੂੰ ਯਾਦ ਹੈ ਬਚਪਨ ਦੇਖਦੇ ਹੁੰਦੇ ਸੀ ਵੀ ਪਿੰਡ 'ਚ ਇੱਕ ਅੱਧਾ ਬੱਚਾ ਹੁੰਦਾ ਸੀ ਜਿਹੜਾ ਰਿਜ਼ਲਟ ਆਇਆ ਹੁੰਦਾ ਸੀਗਾ ਵੀ ਇਹ ਮੰਦਬੁੱਧੀ ਹੈ, ਇੱਕ ਅੱਧਾ। ਸਾਰੇ ਪਿੰਡ ਐਡੇ ਵੱਡੇ ਪਿੰਡ ਸੀ ਜਿਹੜੇ। ਤਾਂ ਇਸ ਕਰਕੇ ਜਿਹੜਾ ਇਹ ਵਰਤਾਰਾ ਕਿਤੇ ਨਾ ਕਿਤੇ ਹੋ ਰਿਹਾ। ਅਤੇ ਫੀਮੇਲ ਦੇਖੋ, ਪਹਿਲਾਂ ਤਾਂ ਮੈਂਸਸ ਦਾ ਟਾਈਮ ਨਹੀਂ ਰਿਹਾ ਕੋਈ, ਨਾ ਸ਼ੁਰੂ ਹੋਣ ਦਾ ਟਾਈਮ ਰਿਹਾ ਕੋਈ, ਨਾ ਬੰਦ ਹੋਣ ਦਾ ਟਾਈਮ ਰਿਹਾ ਕੋਈ। ਤਾਂ ਐਗਜ਼ੈਕਟ ਡਿੱਟੋ ਹੁੰਦਾ ਸੀਗਾ ਵੀ ਲੜਕੀਆਂ ਦੇ 15, 16, 17 ਇੱਥੇ ਹੁੰਦੀ ਸੀ ਮੈਂਸਸ ਸ਼ੁਰੂ, ਮਿਨਾਰਕੀ ਕਹਿੰਦੇ ਸੀ। ਅਤੇ 45 ਤੋਂ ਲੈ ਕੇ 50 ਦੇ ਵਿਚਾਲੇ ਬੰਦ ਹੁੰਦੀ ਸੀ। ਅੱਜ ਸ਼ੁਰੂ ਹੋਣ ਦਾ ਟਾਈਮ 7 ਸਾਲ ਦੀਆਂ 8 ਸਾਲ ਦੀਆਂ ਕੁੜੀਆਂ ਦੇ ਮੈਂਸਸ ਹੋਈ ਜਾਂਦੇ ਆ। ਉਹ ਵਿਚਾਰੀ ਨਾ ਤਾਂ ਕੁੜੀ ਪ੍ਰੀਪੇਅਰਡ, ਬੱਚਾ ਪ੍ਰੀਪੇਅਰਡ, ਨਾ ਉਹਦੇ ਪੇਰੈਂਟਸ ਪ੍ਰੀਪੇਅਰਡ। ਸਡਨਲੀ ਪੀਰੀਅਡ ਆ ਜਾਂਦਾ, ਉਹ ਤਾਂ ਦੰਗ ਰਹਿ ਜਾਂਦੀ ਮਾਂ ਵੀ ਅਤੇ ਕੁੜੀ ਵੀ ਇਹ ਕੀ ਹੋ ਗਿਆ। ਵਿਚਾਰੇ ਨਾ ਉਹਨੂੰ ਕੁੜੀ ਨੂੰ ਸਮਝਾਇਆ ਹੁੰਦਾ, ਨਾ ਸਮਝਾਉਣ ਵਾਲੀ ਉਮਰ ਹੈ ਉਹਦੀ। ਉਹ ਵਿਚਾਰੀ ਗੁੱਡੀ ਪਟੋਲੇ ਨਾਲ ਖੇਡਣ ਵਾਲੀ ਹੁੰਦੀ ਹੈ, ਅਤੇ ਉਹਦੇ ਮਹੀਨਾ ਹੋਣਾ ਸ਼ੁਰੂ ਹੋ ਜਾਂਦਾ। ਪੇਰੈਂਟਸ ਵੀ ਪਰੇਸ਼ਾਨ, ਉਹ ਪਰੇਸ਼ਾਨੀ ਨਹੀਂ ਇਕੱਲੀ। ਜਦੋਂ ਤੁਸੀਂ ਪੀਰੀਅਡ ਸ਼ੁਰੂ ਹੋ ਗਏ ਤਾਂ ਉਹਦੀ ਗਰੋਥ ਸਸਟੈਂਟ ਹੋ ਜਾਂਦੀ ਹੈ, ਕਿਉਂਕਿ ਹਾਰਮੋਨ ਜਿਹੜੇ ਨੇ ਉਹ ਡਿਸਟਰਬ ਹੋ ਗਏ। ਜਿਹੜੇ ਹਾਰਮੋਨ ਨੇ ਜਾ ਕੇ 15 ਸਾਲ 'ਤੇ ਆਉਣਾ ਸੀਗਾ, ਉਹ ਆ ਕੇ 7 ਸਾਲ ਦੇ, 8 ਸਾਲ ਦੇ, 9 ਸਾਲ ਦੇ, 10 ਸਾਲ 'ਤੇ ਆ ਗਿਆ। ਫਿਜ਼ੀਕਲ ਗਰੋਥ 'ਤੇ ਫਰਕ ਪਏਗਾ। ਅਤੇ ਕੁੜੀਆਂ ਜਿਹੜੀਆਂ ਲੰਬੀਆਂ ਤੋਂ ਲੰਬੀਆਂ, ਪੰਜਾਬਣਾ ਜੱਟੀਆਂ ਦਾ ਬਹੁਤ ਗਾਣੇ ਭਰੇ ਪਏ ਆ, ਬੱਲੇ ਨਹੀਂ ਪੰਜਾਬ ਦੀ ਸ਼ੇਰ ਜੱਟੀ ਹੈ। ਅਤੇ ਉਹ ਕੁੜੀਆਂ ਰਹਿ ਗਈਆਂ 25-25 ਕਿਲੋ, 30-30 ਕਿਲੋ ਵਾਲੀਆਂ, ਅਤੇ 5-5 ਫੁੱਟ ਦੇ ਕੱਦ ਦੀ। ਹਾਂ, ਤਾਂ ਇਹ ਸਾਰਾ ਵਰਤਾਰਾ ਜਿਹੜਾ ਹੋ ਰਿਹਾ ਫੀਮੇਲ ਦੇ ਅੰਦਰ ਵੀ ਉੱਦਾਂ ਹੀ ਹੈ। ਫਿਰ ਕੋਈ ਮਹੀਨਾ ਕਿਸੇ ਨੂੰ ਪੀਰੀਅਡ ਹੈ, ਰੈਗੂਲਰ ਹੁੰਦੇ ਸੀ 28 ਦਿਨ ਦਾ ਪੀਰੀਅਡ ਹੈ, ਐਸ ਇੱਦਾਂ ਸ਼ੁਰੂ ਹੋਣਾ, 3 ਦਿਨ ਰਹਿਣਾ, ਫਿਰ ਬੰਦ ਹੋ ਜਾਣਾ।
ਨਾ ਕੋਈ ਸ਼ੁਰੂ ਹੋਣ ਦਾ ਟਾਈਮ, ਨਾ ਕੋਈ ਰੈਗੂਲਰਿਟੀ ਉਹਦੀ ਵੀ ਕੋਈ ਕਿੰਨੇ ਚਿਰ ਚੱਲਣਾ, ਕਿੰਨਾ ਚਿਰ ਉਹ ਰਹਿਣਾ, ਨਾ ਉਹਦੇ ਅੰਦਰ ਕੋਈ ਦਰਦ ਹੋ ਜਾਂਦੀ ਹੈ, ਨਾ ਕੋਈ ਬਲੀਡਿੰਗ ਦਾ ਹਿਸਾਬ ਕਿਤਾਬ ਵੀ ਘੱਟ ਹੋ ਗਈ ਕਿਤੇ ਵੱਧ ਹੋ ਰਹੀ ਹੈ। ਮਤਲਬ ਉਹ ਵਿਚਾਰੀਆਂ ਐਸੇ ਕੰਮ ਨੂੰ ਜਿਹੜੀਆਂ ਨੇ ਉਹ ਬਾਕੀ ਪੜ੍ਹਨਾ, ਪੜ੍ਹਾਈ ਲਿਖਾਈ, ਹੋਰ ਕੰਮ ਸਾਰੇ ਛੱਡ ਕੇ ਉਹ ਆਹੀ ਆਪਣੇ ਆਪ ਨੂੰ ਵਿਚਾਰੀਆਂ ਆਪਣੇ ਆਪ ਨੂੰ ਸੰਭਾਲਦੀਆਂ ਫਿਰੀ ਜਾਂਦੀਆਂ ਨੇ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੋ ਰਿਹਾ, ਹਾਰਮੋਨ ਡਿਸਟਰਬ ਹੋ ਰਹੇ ਆ ਔਰ ਪ੍ਰਜਨਨ ਪ੍ਰਣਾਲੀ ਡਿਸਟਰਬ ਹੋ ਰਹੀ ਹੈ। ਇਹ ਨਹੀਂ ਹੈ ਕਿ ਇਕੱਲੇ ਖਾਣ ਪੀਣ ਨਾਲ ਜੁੜੀ ਹੋਈ ਹੈ। ਇਹਦੀ ਹੁਣ ਐਵੀਡੈਂਸ ਆ ਰਹੀਆਂ ਨੇ ਕਿ ਖਾਣ ਪੀਣ ਤੋਂ ਵੀ ਪਹਿਲਾਂ ਮਾਂ ਦੇ ਖਾਣ ਪੀਣ ਨਾਲ ਜੁੜੀ ਹੋਈ ਹੈ। ਜਦੋਂ ਮਾਂ ਦੇ ਪੇਟ 'ਚ ਕੁੜੀ ਹੈ ਜਾਂ ਮਾਂ ਦੇ ਪੇਟ 'ਚ ਮੁੰਡਾ ਹੈ, ਉੱਥੇ ਹੀ ਡੈਮੇਜ ਹੋ ਜਾਂਦਾ। ਇਹਦੇ ਮਤਲਬ ਮਾਂ ਦਾ ਖਾਣ ਪੀਣ ਜਿਹੜਾ ਪੇਟ 'ਚ ਬੱਚਾ ਪਲ ਰਿਹਾ, ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਹੈ, ਉਹ ਪੇਟ ਦੇ ਉਹਦਾ ਜਿਹੜਾ ਪ੍ਰਜਨਨ ਅੰਗ ਨੇ ਉੱਥੇ ਡੈਮੇਜ ਹੋ ਜਾਂਦੇ ਆ। ਅਤੇ ਡਾਕਟਰ ਸਾਹਿਬ ਤੁਸੀਂ ਇੰਨਾ ਵਿਸਥਾਰ ਦੇ ਨਾਲ ਦੱਸਿਆ ਵੀ ਇਸ ਤਰ੍ਹਾਂ ਆਹ ਕੁਛ ਹੋ ਰਿਹਾ, ਪਰ ਇਹਦੇ ਨਾਲ ਮੇਰੇ ਧਿਆਨ 'ਚ ਜਾਂਦਾ, ਤੁਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਆਪਾਂ 130 ਕਰੋੜ ਦੀ ਆਬਾਦੀ ਆਪਣੀ ਹੋ ਗਈ, 136 ਕਰੋੜ ਦੀ ਜਿਹੜੀ ਆਪਾਂ ਜੇਕਰ ਕਾਊਂਟ ਕੀਤਾ ਜਾਵੇ ਤਾਂ ਉਹਦੇ ਵਿੱਚ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਭਾਰਤ ਨੂੰ ਜਿਹੜਾ ਉਹ ਚਾਈਨਾ ਤੋਂ ਬਾਅਦ ਜਿਹੜਾ ਸਭ ਤੋਂ ਆਬਾਦੀ ਵਾਲਾ ਦੇਸ਼ ਮੰਨਿਆ ਗਿਆ ਹੈ। ਅਤੇ ਰੌਲਾ ਪੈ ਰਿਹਾ ਕਿ ਜਿਹੜੀ ਆਬਾਦੀ ਦਾ ਜਿਹੜਾ ਇੱਕ ਬਹੁਤ ਵੱਡਾ ਹੜ੍ਹ ਆ ਰਿਹਾ ਅਤੇ ਆਬਾਦੀ ਰੋਕੀ ਜਾਵੇ। ਜਿਹੜੇ ਦੇਸ਼ ਦੇ ਵਿੱਚ ਇੰਨੀ ਤੇਜ਼ੀ ਨਾਲ ਅਤੇ ਇੰਨੀ ਜ਼ਿਆਦਾ ਤਾਦਾਦ ਵਿੱਚ ਬੱਚੇ ਪੈਦਾ ਹੁੰਦੇ ਹੋਣ, ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋਣ ਲੱਗ ਪਏ? ਨਹੀਂ, ਇਹ ਪਹਿਲੀ ਗੱਲ ਤਾਂ ਆਬਾਦੀ ਵਾਲਾ ਜਿਹੜਾ ਫੰਡਾ ਹੈ ਇਹ ਵੈਸੇ ਬਹੁਤ ਝੂਠ ਹੈ, ਬਹੁਤ ਵੱਡਾ ਕੂੜ ਪ੍ਰਚਾਰ ਹੈ। ਪਹਿਲੀ ਗੱਲ ਤਾਂ ਕੋਈ ਆਬਾਦੀ ਵੱਧ ਨਹੀਂ ਰਹੀ ਬਹੁਤੀ, ਅਤੇ ਆਬਾਦੀ ਉਲਟਾ ਇੰਡੀਕੇਸ਼ਨ ਇਹ ਆ ਰਹੀ ਹੈ ਕਿ 2050 ਤੱਕ ਆਬਾਦੀ ਜਿਹੜੀ ਹੈ ਉਹਦਾ ਜਿਹੜਾ ਸੋ ਕਾਲਡ ਵਾਧਾ ਰੁਕਣ ਜਾ ਰਿਹਾ, ਸਟੇਬਲਾਈਜ਼ ਹੋ ਰਹੀ ਆਬਾਦੀ, ਔਰ ਉਸ ਤੋਂ ਬਾਅਦ ਡਿਕਲਾਈਨ ਸ਼ੁਰੂ ਹੋ ਜਾਏਗਾ ਸਾਰੀ ਦੁਨੀਆ 'ਚ ਹੀ। ਕੁਛ ਤਾਂ ਬਹੁਤ ਦੁਨੀਆ ਦੇ ਬਹੁਤ ਦੇਸ਼ ਨੇ ਜਿੱਥੇ ਆਲਰੇਡੀ ਸ਼ੁਰੂ ਹੋ ਚੁੱਕਾ ਹੈ, ਔਰ ਪੰਜਾਬ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਸਟੇਟਾਂ ਨੇ ਜਿੱਥੇ ਆਲਰੇਡੀ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ ਡਿਕਲਾਈਨ ਕਰ ਰਿਹਾ, ਪੰਜਾਬ 'ਚ TFR ਕਹਿੰਦੇ ਹੋ ਅਸੀਂ, ਟੋਟਲ ਫਰਟੀਲਿਟੀ 1.7 ਹੈ ਸਿਰਫ, ਜਦ 2.1 ਚਾਹੀਦਾ, ਯਾਨੀ ਕਿ ਹਰ ਮਾਂ 2.1 ਬੱਚੇ ਪੈਦਾ ਕਰਨੇ ਚਾਹੀਦੇ ਸਾਨੂੰ ਮਦਰ ਨੂੰ, ਤਾਂ ਜਾ ਕੇ ਸਾਡੀ ਆਬਾਦੀ ਸਟੇਬਲ ਹੁੰਦੀ ਹੈ। ਲੇਕਿਨ ਅਸੀਂ 1.7 ਕਰ ਰਹੇ ਹਾਂ। ਤਾਂ ਹਿੰਦੁਸਤਾਨ ਦੀਆਂ ਬਹੁਤ ਸਟੇਟਾਂ ਜਿਹੜੀਆਂ ਡਿਕਲਾਈਨ ਕਰ ਰਹੀਆਂ ਨੇ। ਇਸ ਕਰਕੇ ਸਿਰਫ 4-5 ਸਟੇਟਾਂ ਨੂੰ ਛੱਡ ਕੇ ਯੂਪੀ ਹੈ, ਬਿਹਾਰ ਹੈ, ਉੜੀਸਾ ਹੈ, ਛੱਤੀਸਗੜ੍ਹ ਹੈ, ਇਹ ਚਾਰ ਜਿਹੜੀਆਂ ਗਰੀਬ ਸਟੇਟਾਂ ਨੇ ਜਿੱਥੇ ਜੇ ਲੋਕ ਨੈਚੁਰਲ ਜ਼ਿੰਦਗੀ ਜਿਉਂਦੇ, ਉੱਥੇ ਬੱਚੇ ਪੈਦਾ ਕਰਨ ਦੀ ਸ਼ਮਤਾ ਹੈ ਉਹਨਾਂ ਦੀ, ਔਰ ਬੱਚੇ ਪੈਦਾ ਕਰਨਾ ਉਹਦੀ ਲੋੜ ਹੈ। ਔਰ ਬੱਚੇ ਜਿਹੜੇ ਪੈਦਾ ਹੋ ਰਹੇ ਆ ਕੋਈ ਯੂਜ਼ਲੈਸ ਨਹੀਂ ਹੈ, ਭਾਰ ਨਹੀਂ ਧਰਤੀ 'ਤੇ, ਉਹ ਧਰਤੀ ਨੂੰ ਵਰਦਾਨ ਨੇ। ਉਹ ਪੂਰਾ ਪ੍ਰੂਵ ਹੋ ਗਿਆ ਹੁਣ ਕਿ ਸਿਰਫ ਮੁਲਕ ਉਹ ਬਚਣਗੇ ਜਿਨ੍ਹਾਂ ਦੀ ਆਬਾਦੀ ਹੋਏਗੀ, ਜਿਨ੍ਹਾਂ ਦੀ ਆਬਾਦੀ ਨਹੀਂ ਮਰਨਗੇ। ਸੋ ਇਸ ਕਰਕੇ ਉਹ ਵਿਸ਼ੇ ਨੂੰ ਆਪਾਂ ਜੇ ਨਾ ਟੱਚ ਕਰੀਏ, ਮੇਰੇ ਖਿਆਲ 'ਚ ਉਹ ਸੈਪਰੇਟ ਵਿਸ਼ਾ ਹੈ ਕਿ ਆਬਾਦੀ ਦਾ ਜੋ ਕੁਝ ਬਕਵਾਸਬਾਜ਼ੀ ਹੋ ਰਹੀ ਹੈ, ਆਬਾਦੀ ਦਾ ਐਕਸਪਲੋਜਨ ਵਾਲੀ, ਇਹ ਸਾਰੀ ਮਿੱਥ ਹੈ, ਸਾਰੀ ਝੂਠ ਹੈ। ਆਪਾਂ ਆਪਣੇ ਆਪ ਨੂੰ ਫੋਕਸ ਕਰੀਏ ਕਿ ਜਿਹੜੇ ਬਾਂਝਪਨ ਹੈ ਜਾਂ ਜਿਹੜੀ ਸੈਕਸ਼ੂਅਲ ਵੀਕਨੈਸ ਹੈ, ਨਪੁੰਸਕਤਾ ਹੈ, ਇਹਦੇ ਕਾਰਨ ਕੀ ਨੇ ਅਤੇ ਉਹਨਾਂ ਕਾਰਨਾਂ ਦੇ ਵਿੱਚ ਅਸੀਂ ਹੁਣ ਕੀ ਕਰ ਸਕਦੇ ਹਾਂ, ਇਸ ਵੇਲੇ ਕੀ ਕਰ ਸਕਦੇ ਹਾਂ। ਅਤੇ ਕਾਰਨਾਂ ਦੇ ਵਿੱਚ ਆਪਾਂ ਜਿਹੜੇ ਹੁਣ ਜਾਈਏ, ਇਹ ਤਾਂ ਸਪਸ਼ਟ ਰੂਪ 'ਚ ਸਾਹਮਣੇ ਹੈ ਕਿ ਮੇਲ ਦੇ ਵੀ ਅਤੇ ਫੀਮੇਲ ਦੇ ਵੀ ਦੋਨਾਂ ਦੀ ਪ੍ਰਜਨਨ ਪ੍ਰਣਾਲੀ ਬੁਰੀ ਤਰ੍ਹਾਂ ਡੈਮੇਜ ਹੋ ਰਹੀ ਹੈ। ਮੇਲ ਦੀਆਂ ਅਲੱਗ ਲਾਮਤਾਂ ਨੇ, ਫੀਮੇਲ ਦੀਆਂ ਅਲੱਗ ਲਾਮਤਾਂ ਨੇ। ਸਪਰਮ ਕਾਊਂਟ ਤੋਂ ਇਲਾਵਾ ਮੇਲ 'ਚ ਜਿਹੜੀ ਲਾਮਤ ਹੈ ਕਿ ਮੇਲ ਦਾ ਜਿਹੜਾ ਰਿਪਰੋਡਕਟਿਵ ਸਿਸਟਮ ਹੁੰਦਾ ਉਹ ਖਾਸ ਕਿਸਮ ਦਾ ਹੈ ਕਿ ਉਹਦੇ ਅੰਦਰ ਜਿਹੜਾ ਪੈਨਿਸ ਦੇ ਅੰਦਰ ਇਰੈਕਸ਼ਨ ਹੋਣੀ ਹੁੰਦੀ ਹੈ, ਕਿ ਯਾਨੀ ਕਿ ਜਦੋਂ ਮੇਲ ਨੇ ਸੈਕਸ ਕਰਨਾ ਹੈ ਤਾਂ ਸਿਰਫ ਉਦੋਂ ਹੀ ਉਹ ਤਿਆਰ ਹੋਏਗਾ ਔਰਗਨ, ਉਸ ਤੋਂ ਬਿਨਾਂ ਅਦਰਵਾਈਜ਼ ਨਹੀਂ ਹੋਏਗਾ। ਉਹ ਜਿਹੜੀ ਤਿਆਰੀ ਹੈ ਮੇਲ ਔਰਗਨ ਦੀ, ਜਦੋਂ ਉਹ ਪ੍ਰੋਪਰ ਨਹੀਂ ਹੁੰਦੀ, ਉਹਦੇ ਅੰਦਰ ਬਲੱਡ ਪ੍ਰੋਪਰਲੀ ਸਰਕੂਲੇਟ ਨਹੀਂ ਕਰਦਾ, ਤਾਂ ਅਸੀਂ ਉਹਨੂੰ ਕਹਿੰਦੇ ਹਾਂ ਸੈਕਸ਼ੂਅਲ ਵੀਕਨੈਸ ਹੈ। ਉਹ ਸੈਕਸ਼ੂਅਲ ਵੀਕਨੈਸ ਬਹੁਤ ਮੈਸਿਵ ਹੋ ਰਹੀ ਹੈ, ਔਰ ਇੰਨੀ ਜ਼ਿਆਦਾ ਉਹ, ਕਿਉਂਕਿ ਸਾਡੀ ਇਮੋਸ਼ਨ ਨਾਲ ਜੁੜੀ ਹੋਈ ਹੈ ਜਿਹੜੀ ਮਰਦਾਨਾ ਤਾਕਤ ਜਿਹੜੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਜਦੋਂ ਉਹ ਨਹੀਂ ਹੁੰਦੀ ਜਾਂ ਕਮਜ਼ੋਰ ਹੁੰਦੀ ਹੈ ਤਾਂ ਇੰਨਾ ਜ਼ਿਆਦਾ ਉਹਦੇ ਅੰਦਰ ਡੀਵਾਸਟੇਟਿੰਗ ਇਫੈਕਟ ਆਉਂਦਾ ਹੈ, ਡੀਵਾਸਟੇਟਿੰਗ ਅਸਰ ਹੁੰਦਾ ਉਹਦੇ ਉੱਪਰ, ਮਾਈਂਡ ਦੇ ਉੱਪਰ, ਕਿ ਮੇਲ ਜਿਹੜਾ ਉਹ ਸਾਈਕੋਲੋਜੀਕਲੀ ਤਬਾਹ ਹੋ ਜਾਂਦਾ। ਜਦੋਂ ਉਹਨੂੰ ਲੱਗਦਾ ਕਿ ਮੇਰੇ 'ਚ ਆਹ ਕਮਜ਼ੋਰੀ ਹੈ ਤਾਂ ਕਿਸੇ ਨੂੰ ਨਾ ਤਾਂ ਦੱਸਦਾ, ਅੰਦਰ ਘੁੱਟੀ ਜਾਂਦਾ, ਉਹ ਅੰਦਰ ਮੈਂਟਲੀ ਡਿਸਟਰਬ ਹੋ ਜਾਂਦਾ, ਉਹਦੇ ਸਾਰੇ ਰਿਲੇਸ਼ਨਸ ਵਿਗੜ ਜਾਂਦੇ ਆ ਆਪਣੀ ਵਾਈਫ ਨਾਲ, ਔਰ ਬਾਕੀ ਜਦੋਂ ਡਿਪਰੈਸ਼ਨ 'ਚ ਜਾਣ ਲੱਗ ਗਿਆ, ਮੈਂਟਲੀ ਅਪਸੈਟ ਹੋ ਗਿਆ, ਤਾਂ ਬਾਕੀ ਸਮਾਜ ਨਾਲ ਵੀ ਵਿਗੜਦੇ ਰਿਲੇਸ਼ਨ ਉਹਦੇ। ਤਾਂ ਇੱਕ ਬਹੁਤ ਹੀ ਇਹਦਾ ਖਤਰਨਾਕ ਕਿਸਮ ਦਾ ਜਿਹੜਾ ਸਮਾਜ ਦੇ ਉੱਪਰ ਪ੍ਰਭਾਵ ਪੈ ਰਿਹਾ, ਔਰ ਜਿਹਨੂੰ ਆਪਾਂ ਨਪੁੰਸਕਤਾ ਕਹਿੰਦੇ ਹਾਂ ਜਾਂ ਮਰਦਾਨਾ ਕਮਜ਼ੋਰੀ ਕਹਿੰਦੇ ਹਾਂ, ਤਾਂ ਉਹ ਬਹੁਤ ਸਾਡੇ ਸਮਾਜ ਦੇ ਅੰਦਰ ਬਹੁਤ ਵੱਡਾ ਵਰਤਾਰਾ ਬਣ ਚੁੱਕੀ ਹੈ। ਔਰ ਖਾਸ ਕਰਕੇ 40 ਤੋਂ ਉੱਪਰ ਜਿਹੜੇ ਮਰਦ ਨੇ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਹੈ, ਲੇਕਿਨ ਅੱਜ ਤਾਂ ਜਿਹੜੇ ਯੰਗ ਬੱਚੇ ਹੈ 20 ਸਾਲ ਦੇ, 19 ਸਾਲ ਦੇ, ਉਹ ਵੀ ਇਹਦੀ ਕੰਪਲੇਂਟ ਲੈ ਕੇ ਕਰ ਰਹੇ ਹੈ। ਔਰ ਜਿਹੜੀ ਇਹਦੇ ਅੰਦਰ ਆਰਜੀ ਤੌਰ 'ਤੇ ਰਿਲੀਫ ਦੇਣ ਵਾਲੀ ਗੋਲੀਆਂ ਦੀ ਸੇਲ ਹੈ,
ਉਹ ਬਿਲਕੁਲ ਨਸ਼ੇ ਦੀਆਂ ਗੋਲੀਆਂ ਦੇ ਬਰਾਬਰ ਹੋ ਰਹੀ ਹੈ। ਔਰ ਐਸੋ ਜਿਹੜੇ ਯੰਗ ਬੱਚੇ ਹੈ ਜਿਹੜੇ ਕਿ ਉਹਨੂੰ ਡੇਲੀ ਕੰਜ਼ਿਊਮ ਕਰ ਰਹੇ, ਜਿਹੜੀ ਕਿ ਉਹਨਾਂ ਦੀ ਸਿਹਤ ਲਈ ਇੱਕ ਖਤਰਾ ਬਣ ਰਹੀ ਹੈ। ਉਹ ਜਿਹੜਾ ਵਰਤਾਰਾ ਵੀ ਕਿਤੇ ਨਾ ਕਿਤੇ ਸਾਨੂੰ ਨੋਟਿਸ ਕਰਨ ਦੀ ਲੋੜ ਹੈ, ਔਰ ਉਹਦਾ ਜਿਹੜਾ ਕੋਈ ਨਾ ਕੋਈ ਹੱਲ ਕਰਨ ਦੀ ਵੀ ਲੋੜ ਹੈ। ਤੇ ਡਾਕਟਰ ਸਾਹਿਬ, ਇਹ ਕਿੰਨੇ ਪਰਸੈਂਟ ਆਪਾਂ ਕਹਿ ਸਕਦੇ ਹਾਂ ਇਸ ਟਾਈਮ ਦੀ ਵੀਕਨੈਸ ਆ ਚੁੱਕੀ ਹੈ? ਜੇ 100% ਜੇ ਆਬਾਦੀ ਹੈ, ਉਹਦੇ ਚੋਂ ਕਿੰਨੇ ਪਰਸੈਂਟ ਆਬਾਦੀ ਦੇ ਲੋਕਾਂ ਦਾ ਕੁਝ ਆਈਡੀਆ ਹੈ? ਨਹੀਂ, ਇਹਦਾ ਆਈਡੀਆ ਲੱਗ ਨਹੀਂ ਸਕਦਾ, ਕਿਉਂਕਿ ਇਹ ਕੋਈ ਦੱਸਦਾ ਨਹੀਂ ਹੈ। ਜਦੋਂ ਅਸੀਂ ਰਿਸਰਚ ਕਰਨੀ ਸ਼ੁਰੂ ਕੀਤੀ ਸੀ, ਇਹ ਗੱਲ ਜਿਹੜੀ ਹੈਗੀ ਹੈ 2008-9 ਦੀ, ਤਾਂ ਉਦੋਂ ਵੀ ਸਾਨੂੰ ਇਹ ਸਮੱਸਿਆ ਆਈ ਸੀ। ਬਾਕੀ ਤਾਂ ਸਾਨੂੰ ਸਾਰੀਆਂ ਗੱਲਾਂ ਸਮਝ ਆ ਗਈਆਂ। ਇਹ ਗੱਲ ਵੀ ਸਮਝ ਆ ਗਈ ਸੀ ਕਿ ਨਿਪੁੰਸਕਤਾ ਤਾਂ ਹੈਗੀ ਹੈ, ਲੇਕਿਨ ਕਿੰਨੀ ਕੁ ਹੈ ਉਹ ਕਿਵੇਂ ਪਤਾ ਕਰੋ? ਤੁਸੀਂ ਕਿਸੇ ਨੂੰ ਪੁੱਛ ਕੇ ਦਿਖਾ ਦਿਓ, ਕੋਈ ਦੱਸ ਦਿਆ, ਤੁਸੀਂ ਕਲੋਜ਼ੈਸਟ ਫਰੈਂਡ ਨੂੰ ਨਹੀਂ ਦੱਸਦਾ ਕੋਈ ਬੰਦਾ। ਉਹ ਇੰਨੀ ਸੈਂਸਿਟਿਵ ਗੱਲ ਹੈ, ਉਹਦਾ ਵਿੱਚ ਘੁੱਟੀ ਜਾਂਦਾ ਹੈ, ਲੇਕਿਨ ਨੇੜੇ ਤੋਂ ਨੇੜੇ ਦੇ ਦੋਸਤ ਨੂੰ ਵੀ ਨਹੀਂ ਦੱਸਦਾ ਵੀ ਮੈਨੂੰ ਆਹ ਪ੍ਰੋਬਲਮ ਹੈ। ਆਪਣੇ ਡਾਕਟਰ ਨੂੰ ਜਾ ਕੇ ਕਿਤੇ ਭਾਵੇਂ ਦੱਸ ਦੇਵੇ ਜਿਹਦੇ ਕੋਲ ਇਲਾਜ ਕਰਾਉਣਾ, ਨਹੀਂ ਤਾਂ ਨਹੀਂ ਦੱਸਦਾ ਕਿਸੇ ਨੂੰ। ਤਾਂ ਇਸ ਕਰਕੇ ਉਹ ਸਾਨੂੰ ਬੜੀ ਸਮੱਸਿਆ ਆਈ ਸੀ। ਫਿਰ ਅਸੀਂ ਇਹਦਾ ਤਰੀਕਾ ਹੋਰ ਲੱਭਿਆ, ਅਸੀਂ ਕੈਮਿਸਟਾਂ ਕੋਲ ਚੱਲ ਗਏ। ਜਿਹੜੀਆਂ ਦਵਾਈਆਂ ਨੇ ਉਹ ਕਿੱਦਾਂ ਦੇ ਲੋਕਾਂ ਖਾ ਰਹੇ ਆ ਅਤੇ ਕਿੰਨੀਆਂ ਕੁ ਸੇਲ ਹੋ ਰਹੀ ਹੈ, ਉਹ ਅਸੀਂ ਆਪ ਹੀ ਦੰਗ ਰਹਿ ਗਏ। ਉਹਦੀਆਂ ਦਵਾਈਆਂ ਦੀ ਸੇਲ ਮੈਸਿਵ ਹੈ, ਬਹੁਤ ਜ਼ਿਆਦਾ ਹੈ, ਔਰ ਕੈਮਿਸਟਾਂ ਦੀ ਬਹੁਤ ਵੱਡੀ ਸੇਲ ਜਿਹੜੀ ਹੈ ਉਹਨਾਂ ਦਵਾਈਆਂ ਦੀ ਹੈ। ਔਰ ਜਿਹੜੀਆਂ ਕੰਪਨੀਆਂ ਨੇ ਉਹ ਬੜੀਆਂ ਸ਼ਰਾਰਤੀ ਨੇ, ਉਹਨਾਂ ਨੇ ਉਹ ਦਵਾਈਆਂ ਜਿਹੜੀਆਂ ਨੇ ਉਹ ਮਤਲਬ ਸੁਪਰ ਪ੍ਰੋਫਿਟਸ ਦੇ ਉੱਪਰ ਵੱਡੇ ਅਟਰੈਕਟਿਵ ਜੀਆਂ ਡੱਬੀਆਂ ਬਣਾ ਕੇ ਅਤੇ ਅਟਰੈਕਟਿਵ ਜੀਆਂ ਫੋਟੋਆਂ ਲਾ ਕੇ, ਅਤੇ ਮਤਲਬ ਜਿਹੜੀ 2 ਰੁਪਏ ਦੀ ਗੋਲੀ 20 ਰੁਪਏ ਦਾ ਰੇਟ ਰੱਖ ਕੇ ਉਹਦਾ, ਅਤੇ ਉਹ ਉੱਦਾਂ ਵੇਚ ਰਹੇ ਆ ਮੋਟਾ ਪ੍ਰੋਫਿਟ ਦੇ ਕੇ। ਔਰ ਕੈਮਿਸਟਾਂ ਦੀਆਂ ਦੁਕਾਨਾਂ ਚੱਲਣ ਦੇ ਜਿਹੜੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਇਹਨਾਂ ਦਵਾਈਆਂ ਦਾ। ਤਾਂ ਉਹ ਫਿਰ ਸਾਨੂੰ ਸਮਝ ਆਈ ਗੱਲ ਵੀ ਇਹ ਤਾਂ ਯੰਗ ਕਪਲ ਯੰਗ ਬੰਦੇ ਲੈ ਰਹੇ ਸੋ ਇਸ ਕਰਕੇ ਇਹ ਗੱਲ ਹੁਣ ਕੋਈ ਹੁਣ ਇਹਦੇ 'ਚ ਕੋਈ ਸਾਨੂੰ ਕੋਈ ਰਿਸਕ ਨਹੀਂ ਹੈ। ਪਿਛਲੇ 10 ਸਾਲ ਤੋਂ ਕਿਸੇ ਨੇ ਸਾਨੂੰ ਇਸ ਗੱਲ 'ਤੇ ਕੁਐਸਚਨ ਨਹੀਂ ਕੀਤਾ ਅੱਜ ਤੱਕ ਪਿਛਲੇ 10 ਸਾਲ 'ਚ ਮੈਨੂੰ ਇੱਕ ਬੰਦੇ ਨੇ ਨਹੀਂ ਕਿਹਾ ਕਿ ਤੂੰ ਗਲਤ ਹੈ, ਵੀ ਤੂੰ ਐਵੇਂ ਡਰਾ ਰਿਹਾ। ਜਿਹੜਾ ਕਿ ਮੈਨੂੰ 3 ਸਾਲ ਪਹਿਲਾਂ ਡਰ ਲੱਗਿਆ ਕਿ ਜੇ ਮੈਂ ਇਹ ਗੱਲਾਂ ਕਰੂੰਗਾ ਤਾਂ ਮੈਨੂੰ ਐਵੇਂ ਮੇਰੇ ਆਸੇ ਪਾਸੇ ਮੇਰੇ ਦੋਸਤ ਵੀ ਮੈਨੂੰ ਕਹਿਣਗੇ ਕਿ ਪਗਲਾ ਗਿਆ ਤਾਂ ਉਹੀ ਮਰੀ ਜਾਂਦਾ। ਅਤੇ ਲੇਕਿਨ ਮੈਨੂੰ ਜਿਹੜੇ ਕਿਸੇ ਨੇ ਨਹੀਂ ਕਿਹਾ ਸੀ, ਹੁਣ ਤਾਂ ਖਰ ਆਮ ਬੰਦਾ ਵੀ ਮੰਨਣ ਲੱਗ ਗਿਆ। ਚੋਣਾ ਖਾਣਾ ਮੰਨਦਾ, ਤੁਸੀਂ ਦੇਖਿਆ ਹੋਣਾ, ਕਿਸੇ ਨਾਲ ਗੱਲ ਕਰ ਲਓ ਕਹਿੰਦਾ ਹਾਂ ਠੀਕ ਹੈ ਗੱਲ ਤੁਹਾਡੀ। ਉਹ ਤਾਂ ਉਲਟਾ ਉਹ ਮਤਲਬ ਆਪ ਹੀ ਪਹਿਲਾਂ ਕਹਿ ਦਿੰਦੇ ਵੀ ਹਾਂ ਇੱਦਾਂ ਦੀ ਗੱਲ ਹੈਗੀ ਹੈ। ਸੋ ਇਸ ਕਰਕੇ ਇਹ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਅਤੇ ਇਹਦੇ ਕਾਰਨਾਂ 'ਚ ਜੇ ਜਾਈਏ ਆਪਾਂ, ਹੁਣ ਕਾਰਨ ਦੇਖੋ ਇਹਦੇ ਜਦੋਂ ਉਹ ਇੱਕ ਪੀੜ੍ਹੀ ਦਰ ਪੀੜ੍ਹੀ ਇੱਕ ਤਾਂ ਵੀਕਨੈਸ ਆ ਰਹੀ ਹੈ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਯਾਨੀ ਕਿ ਮਾਂ ਦੀ ਅਤੇ ਬਾਪ ਦੀ ਡਾਈਟ ਜਿਹੜੀ ਹੈ ਉਹਦੇ ਅਗਲੀ ਜਨਰੇਸ਼ਨ ਦੇ ਵਾਸਤੇ ਕੰਮ ਕਰਨ ਜਾ ਰਹੀ ਹੈ। ਸੋ ਉੱਥੋਂ ਸ਼ੁਰੂ ਕਰ ਲੈਣਾ ਚਾਹੀਦਾ ਕਿ ਜਿਹੜੀ ਡਾਈਟ ਹੈ ਸਾਡੀ, ਜਾਂ ਹਵਾ ਹੈ, ਪਾਣੀ ਹੈ, ਜਿਹੜੇ ਜ਼ਹਿਰ ਆ ਗਏ ਸਾਡੇ ਹਵਾ ਪਾਣੀ ਮਿੱਟੀ 'ਚ, ਇੱਕ ਤਾਂ ਉਹ ਇਫੈਕਟ ਕਰ ਰਹੇ ਆ। ਇਹ ਖੇਤੀ ਵਾਲੇ ਜ਼ਹਿਰ ਨੇ, ਕੁਛ ਇੰਡਸਟਰੀ ਦੇ ਜ਼ਹਿਰ ਨੇ, ਕੁਛ ਇੰਡਸਟਰੀਲਾਈਜੇਸ਼ਨ ਆਫ ਫੂਡ ਹੈ, ਫੂਡ ਇੰਡਸਟਰੀ ਜਿਹੜੀ ਹੈ ਉਹ ਪ੍ਰੋਸੈਸਿੰਗ ਕਰ ਰਹੀ ਹੈ ਫੂਡ ਦੀ, ਉਹਦੇ ਨਾਲ ਸੱਤਿਆਨਾਸ਼ ਕਰ ਰਹੀ ਹੈ। ਕੁਛ ਫਾਸਟ ਫੂਡਸ ਨੇ, ਆ ਤੁਹਾਡੇ ਕੋਕੇ ਕੋਲੇ ਅਤੇ ਤੁਹਾਡੀਆਂ ਕੋਲਡ ਡਰਿੰਕਸ, ਤੁਹਾਡੇ ਰੀਅਲ ਜੂਸਸ, ਤੁਹਾਡੇ ਜਿਹੜੇ ਬਰਗਰ ਪੀਜ਼ੇ ਇਹ ਉਹ ਸਵਾ ਕੇ ਜਿਹੜਾ ਅਸੀਂ ਜੋ ਅੱਜ ਕੱਲ੍ਹ ਕਲਚਰ ਚੱਲਦਾ, ਇਹ ਸਾਰਾ ਜ਼ਿੰਮੇਵਾਰ ਹੈ ਹੀ ਹੈ। ਖੇਤੀ ਤੋਂ ਲੈ ਕੇ ਅੱਗੇ ਸਾਡੇ ਫੂਡ ਹੈਬਿਟਸ ਤੱਕ ਅਸੀਂ ਆਪਣਾ ਪੂਰੇ ਦਾ ਪੂਰਾ ਜਿਹੜਾ ਮਤਲਬ ਜੀਭ ਟੰਗ ਬੇਸਡ ਖਾਣਾ ਖਾਂਦੇ ਹਾਂ, ਉਹ ਕਿਤੇ ਨਾ ਕਿਤੇ ਸਾਡਾ ਉਹਦੇ ਲਈ ਜ਼ਿੰਮੇਵਾਰ ਹੈ। ਅਤੇ ਉਹ ਅਸੀਂ ਆਪਣੇ ਆਪ ਨੂੰ ਹੈਲਥ ਨੂੰ ਤਬਾਹ ਕਰ ਰਹੇ ਹਾਂ। ਦੂਜੀ ਗੱਲ ਜਿਹੜੀਆਂ ਤੁਹਾਡੀਆਂ ਹੈਬਿਟਸ ਸੀਡੈਂਟਰੀ ਹੈਬਿਟਸ ਨੇ, ਅੱਜ ਕੱਲ੍ਹ ਮਾਰਾਮਾਰੀ ਪੈਸੇ ਦੀ ਹੈ, ਔਰ ਬੜੀ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਬੰਦੇ ਪੈਸੇ ਦੀ ਰੇਸ 'ਚ ਇੰਨੇ ਕੁ ਪਾਗਲ ਹੋ ਗਏ ਆ ਕਿ ਮੈਂ ਪੈਸਾ ਵੱਧ ਕਮਾਉਣਾ ਅਤੇ ਅਮੀਰ ਹੋਣਾ, ਅਤੇ ਅਮੀਰ ਕਹਿੰਦਾ ਹੋਰ ਅਮੀਰ ਹੋਣਾ, ਅਤੇ ਜਿਹੜਾ ਹੋਰ ਅਮੀਰ ਕਹਿੰਦਾ ਹੋਰ ਅਮੀਰ ਹੋਣਾ। ਉਹ ਕੋਈ ਮਤਲਬ ਐਂਡਲੈਸ ਜਿਹੜੀ ਰੇਸ 'ਚ ਪੈ ਗਏ ਅਸੀਂ, ਮਾਰੀ ਭੱਜ ਰਹੇ ਹਾਂ ਕਿ ਇਹਦੇ ਲਗਾਤਾਰ ਵੀ ਮੈਂ ਤੋਂ ਅੱਗੇ ਲੰਘਣਾ, ਤੋਂ ਵੀ ਅੱਗੇ ਲੰਘਣਾ। ਅੱਗੇ ਜਦੋਂ ਪੁੱਛੇ ਵੀ ਜਾਣਾ ਕਿੱਥੇ ਆ ਤਾਂ ਕੋਈ ਪਤਾ ਨਹੀਂ ਕਿਸੇ ਨੂੰ, ਵੀ ਪਹੁੰਚਣਾ ਕਿੱਥੇ ਆ ਤੂੰ, ਤੇਰੀਆਂ ਲੋੜਾਂ ਦੀ ਕੋਈ ਸੀਮਾ ਤਾਂ ਹੋਏਗੀ, ਵੀ ਤੇਰੀਆਂ ਲੋੜਾਂ ਕਿੱਥੇ ਜਾ ਕੇ ਮੁੱਕਣਗੀਆਂ। ਜਦੋਂ ਤੂੰ ਸੁੱਖ ਦਾ ਸਾਹ ਲਏਗਾ, ਕੋਈ ਰਿਲੈਕਸ ਜ਼ਿੰਦਗੀ ਜਿਵੇਂਗਾ, ਕੋਈ ਆਪਣੇ ਬਾਰੇ ਸੋਚੇਗਾ, ਕੋਈ ਆਪਣੇ ਖਾਣ ਪੀਣ ਬਾਰੇ ਸੋਚੇਗਾ, ਕਿਤੇ ਦਾ ਸੋਚੇਗਾ ਜਾ ਕੇ ਨਾ, ਕੋਈ ਹਿਸਾਬ ਕਿਤਾਬ ਵੀ ਨਹੀਂ ਹੈ। ਤੁਸੀਂ ਆਪਣੇ ਕਲੋਜ਼ੈਸਟ ਰਿਸ਼ਤਿਆਂ ਦੇ ਵਿੱਚ ਵੀ ਦੇਖਦੇ ਹੋ ਕਿ ਬੰਦੇ ਪੈਸਿਆਂ ਪਿੱਛੇ ਕੋਈ ਸਭ ਕੁਝ ਭੁੱਲ ਗਏ, ਰਿਸ਼ਤੇਦਾਰੀਆਂ ਵੀ ਭੁੱਲ ਗਏ, ਖੂਨ ਵੀ ਭੁੱਲ ਗਏ, ਦੋਸਤੀਆਂ ਵੀ ਭੁੱਲ ਜਾਂਦੇ ਆ, ਲੜਾਈਆਂ ਵੀ ਹੋ ਜਾਂਦੀਆਂ ਨੇ, ਮਰਡਰ ਵੀ ਹੋ ਜਾਂਦੇ ਪੈਸੇ ਪਿੱਛੇ। ਉਹ ਜਿਹੜਾ ਰੈਟ ਰੇਸ ਹੈ ਨਾ, ਕਿਤੇ ਇਹ ਚੂਹਾ ਰੇਸ ਜਿਹੜੀ ਹੈ ਇਹ ਬੜੀ ਅਜੀਬ ਹੈ। ਅਤੇ ਉਹਦੇ ਅੰਦਰ ਕੀ ਕਰਦੇ ਅਸੀਂ, ਫਿਰ ਸਿਹਤ ਦਾ ਸੱਤਿਆਨਾਸ਼ ਕਰ ਲੈਂਦੇ ਹਾਂ। ਉਹਦੇ 'ਚ ਅਸੀਂ ਜਦੋਂ ਟੈਨਸ਼ਨ 'ਚ ਰਹਾਂਗੇ ਫਿਰ ਅਸੀਂ ਨੀਂਦ ਦੀਆਂ ਗੋਲੀਆਂ ਵੀ ਖਾਵਾਂਗੇ, ਅਸੀਂ ਡਿਪਰੈਸ਼ਨ ਦੀਆਂ ਗੋਲੀਆਂ ਵੀ ਖਾਵਾਂਗੇ, ਅਸੀਂ ਸਿਗਰਟਾਂ ਬੀੜੀਆਂ ਵੀ ਪੀਵਾਂਗੇ, ਅਸੀਂ ਦਾਰੂ ਵੀ ਪੀਵਾਂਗੇ, ਕਿਉਂਕਿ ਸਟ੍ਰੈਸ ਹੈ। ਮਨੁੱਖ ਦਾ ਬ੍ਰੇਨ ਹੈ, ਰਿਲੈਕਸੇਸ਼ਨ ਦਾ ਭਾਲਦਾ, ਉਹਦੀ ਬਣਤਰ ਇੱਦਾਂ ਦੀ ਹੈ ਮਨੁੱਖ ਦੇ ਬ੍ਰੇਨ ਦੀ
ਕਿ ਤੁਸੀਂ 8 ਘੰਟੇ 10 ਘੰਟੇ 12 ਘੰਟੇ ਕੰਮ ਕਰ ਲਓ, 16 ਘੰਟੇ ਕੰਮ ਕਰ ਲਓ, ਅਲਟੀਮੇਟਲੀ ਉਹਨੂੰ ਰਿਲੈਕਸੇਸ਼ਨ ਚਾਹੀਦੀ ਹੈ, ਖੁਸ਼ੀ ਚਾਹੀਦੀ ਹੈ, ਹਾਸਾ ਚਾਹੀਦਾ ਹੈ, ਗਾਉਣਾ ਚਾਹੀਦਾ, ਨੱਚਣਾ ਚਾਹੀਦਾ, ਟੱਪਣਾ ਚਾਹੀਦਾ, ਸਾਰਾ ਕੁਝ ਉਹਦੇ ਸੁਭਾਅ ਦਾ ਪਾਰਟ ਹੈ, ਆਨੰਦ ਚਾਹੀਦਾ ਉਹਨੂੰ। ਕਿਉਂਕਿ ਮਨੁੱਖ ਦੀ ਫਿਤਰਤ ਅਲਟੀਮੇਟਲੀ ਲਾਸਟ ਜਿਹੜੀ ਮੂਮੈਂਟ ਆਨੰਦ ਹੈ, ਵੀ ਆਨੰਦ ਦੀ ਸਥਿਤੀ 'ਚ ਰਵੇ, ਜਿੱਥੇ ਕੋਈ ਚਿੰਤਾ ਨਾ ਹੋਵੇ, ਉਹਨੂੰ ਮਸਤੀ 'ਚ ਹੋਵੇ, ਉਹ ਜਿਹਨੂੰ ਕਹਿੰਦੇ ਫਕੀਰ ਟਾਈਪ, ਉਹ ਫਕੀਰੀ ਜਿਹੜੀ ਹੈ ਬੇਸਿਕ ਮੁਲਕ ਦਾ ਬੇਸਿਕ ਸੁਭਾਅ ਹੈ ਕਿ ਤੁਸੀਂ ਸਾਰਾ ਦਿਨ ਭੱਜ ਦੌੜ ਕਰ ਲਓ, ਲੇਕਿਨ 8-10 ਘੰਟੇ ਤੁਸੀਂ ਫਕੀਰੀ ਵਾਲੀ ਮਸਤੀ 'ਚ ਰਹੋ। ਤਾਂ ਉਹ ਜਿਹੜੀ ਕਿਤੇ ਨਾ ਕਿਤੇ ਜਿਹੜੀ ਮਿਸ ਕਰ ਰਹੇ ਅਸੀਂ, ਕਿ ਉਹਦੇ 'ਚ ਕੋਈ ਐਕਸਰਸਾਈਜ਼ ਨਹੀਂ, ਕੋਈ ਗੇਮ ਨਹੀਂ, ਕੋਈ ਹਾਸਾ ਨਹੀਂ, ਕੋਈ ਆਪਸੀ ਕੋਈ ਕੋਆਪਰੇਸ਼ਨ ਨਹੀਂ ਹੈ, ਕੰਪੀਟੀਸ਼ਨ ਹੈ। ਕੰਪੀਟੀਸ਼ਨ 'ਤੇ ਅਸੀਂ ਮਤਲਬ ਆਪਣੇ ਕਲੋਜ਼ੈਸਟ ਬੰਦੇ ਨਾਲ ਵੀ ਕੰਪੀਟੀਸ਼ਨ 'ਚ ਪੈ ਜਾਂਦੇ ਹਾਂ। ਹਸਬੈਂਡ ਵਾਈਫ ਘਰ 'ਚ ਬੈਠੇ ਆ, ਉਹ ਵੀ ਕਦੇ ਨਾ ਕੰਪੀਟ ਕਰੀ ਜਾ ਰਹੇ ਆ ਵੀ ਕੌਣ ਵੱਡਾ, ਜਿਹੜਾ ਕਿ ਬੇਸਿਕ ਹਿਊਮਨ ਨੇਚਰ ਦੇ ਖਿਲਾਫ ਹੈ। ਬੇਸਿਕ ਹਿਊਮਨ ਨੇਚਰ ਜਿਹੜੀ ਕੋਆਪਰੇਸ਼ਨ ਹੈ, ਜਿਹੜੀ ਮਨੁੱਖ ਦਾ ਬੇਸਿਕ ਫਿਤਰਤ ਹੈ, ਉਹ ਕੋਆਪਰੇਸ਼ਨ ਹੈ, ਕਿਉਂਕਿ ਮਨੁੱਖ ਸਮਾਜ ਇਕੱਠ ਨਾਲ ਬਣਦਾ, ਏਕੇ ਨਾਲ ਬਣਦਾ। ਅਤੇ ਏਕਾ ਕਿੱਥੇ ਆਉਂਦਾ, ਜਿੱਥੇ ਕੋਆਪਰੇਸ਼ਨ ਹੁੰਦੀ ਹੈ। ਅਸੀਂ ਕੋਆਪਰੇਸ਼ਨ ਭੁੱਲ ਹੀ ਗਏ, ਅਸੀਂ ਕੰਪੀਟੀਸ਼ਨ 'ਚ ਪੈ ਗਏ। ਸੋ ਕੰਪੀਟੀਸ਼ਨ ਜਿਹੜੀ ਹੈ ਵਾਹੀਅਤ ਕਿਸਮ ਦੀ ਕੈਪੀਟਲਿਸਟ ਸਿਸਟਮ ਦੀ ਦੇਣ ਹੈ ਸਾਨੂੰ, ਜਿਹੜੀ ਕਿ ਸਾਨੂੰ ਉਹਨੇ ਪਾਗਲ ਕਰਨ ਲਈ ਆਪਣੇ ਸਾਨੂੰ ਟੂਲ ਬਣਾਉਣ ਲਈ ਉਹਨੇ ਆਪਣਾ ਸਾਨੂੰ ਟੂਲ ਬਣਾ ਲਿਆ। ਕਿਉਂਕਿ ਜੇ ਅਸੀਂ ਭੱਜ ਦੌੜ ਕਰਾਂਗੇ, ਪੈਸੇ ਕਮਾਵਾਂਗੇ, ਤਾਂ ਉਹਦਾ ਵੱਡਾ ਹਿੱਸਾ ਫਿਰ ਉਹਦੇ ਕੋਲ ਚੱਲ ਜਾਂਦਾ, ਵੱਡੀਆਂ ਕੰਪਨੀਆਂ ਕੋਲ ਚੱਲ ਜਾਂਦਾ। ਉਹਨੇ ਸਾਨੂੰ ਕਲਚਰ ਹੀ ਇਹੋ ਜਿਹਾ ਦੇ ਦਿੱਤਾ ਜਿਹਨੂੰ ਅਸੀਂ ਕੰਜ਼ਿਊਮਰ ਕਲਚਰ ਕਹਿੰਦੇ ਹਾਂ, ਕਿ ਅਸੀਂ ਉਹਦਾ ਹਿੱਸਾ ਬਣ ਗਏ। ਤਾਂ ਉਹ ਕਿਤੇ ਮਾਰੀ ਜਿਹੜੀ ਹੈ, ਉਹ ਕਿਤੇ ਨਾ ਕਿਤੇ ਉਹ ਵੀ ਖਰਾਬ ਕਰਦੀ ਹੈ। ਅਤੇ ਉਹਦੇ 'ਚ ਜਿਹੜਾ ਸਾਰਾ ਇਹ ਸਿਸਟਮ ਹੈ, ਡਾਈਟ ਤੋਂ ਲੈ ਕੇ, ਹਵਾ ਪਾਣੀ ਤੋਂ ਲੈ ਕੇ, ਡਾਈਟ ਤੋਂ ਲੈ ਕੇ, ਐਕਸਰਸਾਈਜ਼ ਨਾ ਕਰਨਾ, ਮਾਰੀ 'ਚ ਰਹਿਣਾ, ਸੈਡੈਂਟਰੀ ਲਾਈਫ ਹੈ, ਧੁੱਪੇ ਨਹੀਂ ਜਾਂਦੇ, ਧੁੱਪ 'ਚ ਨਹੀਂ ਜਾਂਦੇ ਬੰਦੇ। ਇੱਕ ਦਿਨ ਧੁੱਪੇ ਉੱਥੇ ਕਮਰੇ 'ਚ ਸਾਰਾ ਦਿਨ ਕੰਮ ਕਮਰੇ 'ਚ ਕੀਤੇ, ਮੁੜ ਕੇ ਫਿਰ ਕਮਰੇ 'ਚ ਚਲੇ ਗਏ। ਵਰਜਿਸ਼ ਵੀ ਜੇ ਕਰਨੀ ਤਾਂ ਉਹ ਵੀ ਕਮਰੇ 'ਚ ਹੀ ਕਰਨੀ ਹੈ, ਧੁੱਪ 'ਚ ਨਹੀਂ ਜਾਣਾ। ਦੱਸੋ ਜਿਹੜਾ ਬੰਦਾ ਧੁੱਪ 'ਚ ਨਹੀਂ ਜਾ ਰਿਹਾ, ਇੱਕ ਕੁਦਰਤ ਦੇ ਨਿਯਮ ਦੀ ਕਿੱਡੀ ਵੱਡੀ ਉਲੰਘਣਾ ਕਿ ਸੂਰਜ ਜਿਹੜਾ ਕਿ ਤੁਹਾਡੀ ਸਰੋਤ ਹੈ ਹਰ ਚੀਜ਼ ਦਾ ਇਸ ਧਰਤੀ ਦੇ ਉੱਪਰ, ਉਹ ਤੁਹਾਡੇ ਸਰੀਰ 'ਤੇ ਕਿਉਂ ਨਹੀਂ ਪੈਣੀ ਚਾਹੀਦੀ? ਜੇ ਨਹੀਂ ਪਏਗਾ ਤਾਂ ਤੁਸੀਂ ਬਿਮਾਰ ਹੋਣਗੇ। ਫਿਰ ਵਿਟਾਮਿਨ ਡੀ ਨਹੀਂ ਬਣਦਾ, ਹਰ ਜਣੇ ਖਾਣੇ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੁਣ, ਔਰ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈ। ਜਿਹੜਾ ਟੈਸਟ ਕਰਾ ਲੈਂਦਾ ਉਹਨੂੰ ਪਤਾ ਲੱਗਦਾ ਵਿਟਾਮਿਨ ਡੀ ਡੈਫੀਸ਼ੀਐਂਸੀ, ਉਹ ਫਿਰ ਕੈਪਸੂਲ ਗੋਲੀਆਂ ਖਾਂਦਾ ਫਿਰਦਾ। ਉਹ ਕੈਪਸੂਲ ਗੋਲੀਆਂ ਦੀ ਆਪਣੀਆਂ ਪ੍ਰੋਬਲਮਸ ਨੇ, ਕਿਉਂਕਿ ਕੈਪਸੂਲ ਗੋਲੀਆਂ ਤਾਂ ਸੂਰਜ ਦੀ ਧੁੱਪ ਦਾ ਮੁਕਾਬਲਾ ਨਹੀਂ ਨਾ ਕਰ ਸਕਦੀਆਂ। ਤੋ ਇਸ ਕਰਕੇ ਸਾਰਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਅਨਨੈਚੁਰਲ ਹੈ, ਗੈਰ ਕੁਦਰਤੀ ਹੈ, ਸਾਡਾ ਮਾਰੀ ਹੈ, ਇਹ ਸਾਰਾ ਵਰਤਾਰਾ ਨਾਲ ਮਿਲ ਕੇ ਸਾਨੂੰ ਜਿਹੜਾ ਹੈ ਉਹ ਬਾਂਝ ਵੀ ਕਰ ਰਿਹਾ ਅਤੇ ਨਿਪੁੰਸਕ ਵੀ ਕਰ ਰਿਹਾ। ਅਤੇ ਹੁਣ ਆਈਏ ਡਾਕਟਰ ਸਾਹਿਬ ਕਿ ਜਿਹੜਾ ਇਸ ਤੋਂ ਪਹਿਲਾਂ ਆਪਾਂ ਜੇ ਇਲਾਜ ਤੋਂ ਪਹਿਲਾਂ ਛੋਟਾ ਜਿਹਾ ਆਪਾਂ ਨੂੰ ਪਾਰਟ ਜਿਹੜਾ ਇਹ ਵੀ ਦੱਸਣਾ ਹੋਏਗਾ ਕਿ ਇਹ ਸਾਰਾ ਵਰਤਾਰਾ ਜਦੋਂ ਹੁੰਦਾ ਹੈ, ਮੰਨ ਲਓ ਆਪਾਂ ਪੁੱਠੀਆਂ ਸਿੱਧੀਆਂ ਕੋਈ ਚੀਜ਼ਾਂ ਖਾ ਵੀ ਲੈਂਦੇ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੋਲਡ ਡਰਿੰਕ ਵਗੈਰਾ ਜਾਂ ਹੋਰ ਜਿਹੜਾ ਬਰਗਰ ਪੀਜ਼ੇ ਇਹ ਖਾਂਦੇ ਹਾਂ, ਜਦੋਂ ਬੋਡੀ ਦੇ ਅੰਦਰ ਗਿਆ ਤਾਂ ਇਹ ਰਿਪਰੋਡਕਟਿਵ ਸਿਸਟਮ ਨੂੰ ਕਿਸ ਤਰ੍ਹਾਂ ਡੈਮੇਜ ਕਰਦਾ। ਇਹਦੇ ਵਿੱਚ ਛੋਟਾ ਜਿਹਾ ਪਾਰਟ ਆਪਾਂ ਨੂੰ ਇਹ ਵੀ ਦੱਸਣਾ ਪਏਗਾ ਤਾਂ ਕਿ ਦਰਸ਼ਕਾਂ ਨੂੰ ਇਸ ਤੋਂ ਬਚਣ ਲਈ ਉਹਨਾਂ ਦਾ ਮਾਈਂਡ ਜਿਹੜਾ ਪ੍ਰਪੇਅਰ ਹੋਵੇ ਵੀ ਇਹ ਜਦੋਂ ਜਾਏਗਾ ਬੋਡੀ ਦੇ ਅੰਦਰ ਤਾਂ ਕੀ ਕਰੇਗਾ। ਕੁਲਵੰਤ ਜੀ, ਇਹ 'ਚ ਨਾ ਜਿਹੜਾ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਖਾਣੇ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਸਾਨੂੰ, ਮਤਲਬ ਸੈਂਕੜੇ ਚੀਜ਼ਾਂ ਨੂੰ ਮਿਲਾ ਕੇ ਸੈਂਕੜੇ ਕੰਪੋਨੈਂਟਸ ਨੇ ਖਾਣੇ ਦੇ ਜਿਹੜੇ ਨੂੰ ਮਿਲਾ ਕੇ ਖਾਣਾ ਬਣਦਾ। ਅਤੇ ਉਹ ਸੈਂਕੜੇ ਕੰਪੋਨੈਂਟ ਜੇ ਤਾਂ ਅਸੀਂ ਨੈਚੁਰਲ ਖਾ ਰਹੇ ਹਾਂ ਫਿਰ ਤਾਂ ਸਾਨੂੰ ਸੋਚਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਨੇਚਰ ਤੋਂ ਬਣਿਆ ਸੀ, ਨੇਚਰ ਦੇ ਬੱਚੇ ਹਾਂ। ਜੇ ਨੇਚਰ ਦਾ ਬੈਲੈਂਸ ਮੰਨ ਲਓ, ਫਲ ਵੀ ਖਾ ਰਹੇ ਹਾਂ, ਸਬਜ਼ੀਆਂ ਵੀ ਖਾ ਰਹੇ ਹਾਂ, ਤਿਲ ਵੀ ਖਾ ਰਹੇ ਹਾਂ, ਦਾਲਾਂ ਵੀ ਖਾ ਰਹੇ ਹਾਂ, ਅਨਾਜ ਵੀ ਖਾ ਰਹੇ ਹਾਂ, ਹਰ ਚੀਜ਼ ਅਸੀਂ ਜਿਹੜੀ ਸਾਡੇ ਆਲੇ ਦੁਆਲੇ ਭੋਜਨ ਵਾਲੀ ਹੈਗੀ ਸਾਰੀ ਮਿਕਸ ਕਰਕੇ ਖਾ ਰਹੇ ਹਾਂ। ਫਿਰ ਤਾਂ ਕੋਈ ਲੋੜ ਨਹੀਂ ਪੈਣੀ, ਕਿਉਂਕਿ ਉਹਦੇ 'ਚ ਆਲਰੇਡੀ ਮਿਕਸਡ ਹੈ, ਸਾਰਾ ਕੁਛ ਹੈਗਾ। ਲੇਕਿਨ ਜਦੋਂ ਅਸੀਂ ਮੈਨਮੇਡ ਖਾਣੇ ਖਾਂਦੇ ਹਾਂ, ਸਨਅਤੀ ਫੂਡ ਖਾਂਦੇ ਹਾਂ, ਤਾਂ ਦਿੱਕਤ ਆਉਂਦੀ ਹੈ, ਕਿਉਂਕਿ ਉਹ ਫਿਰ ਐਮਪਟੀ, ਉਹਨੂੰ ਟੈਕਨੀਕਲੀ ਕਹਿੰਦੇ ਐਮਪਟੀ ਕੈਲੋਰੀਜ਼। ਉਹਦੇ ਅੰਦਰ ਕੋਈ ਵਿਟਾਮਿਨ ਨਹੀਂ ਹੈ, ਕੋਈ ਮਿਨਰਲ ਨਹੀਂ ਹੈ, ਕੋਈ ਬੈਲੈਂਸਡ ਜਿਹੜੇ ਫਾਈਟੋ ਨਿਊਟਰੀਐਂਟਸ ਨਹੀਂ ਹੈ, ਕੁਛ ਵੀ ਨੈਚੁਰਲ ਫੂਡ ਜਿਹੜਾ ਜੋ ਕੁਛ ਚਾਹੀਦਾ ਸੀਗਾ ਉਹਦੇ 'ਚ ਹੈ। ਟ੍ਰੇਸ ਮਿਨਰਲ ਚਾਹੀਦੇ ਹੈ, ਟ੍ਰੇਸ ਮੈਟਲ ਚਾਹੀਦੀਆਂ ਨੇ, ਉਹ ਨਹੀਂ ਹੈ। ਅੱਗੇ ਧਰਤੀ 'ਚ ਖੇਤੀ ਹੋ ਜੀ ਹੈ, ਖੇਤੀ 'ਚ ਅਸੀਂ ਹੌਲੀ ਹੌਲੀ ਉਹ ਜੋ ਕੁਦਰਤ ਦਾ ਨਿਯਮ ਸੀਗਾ ਕਿ ਸਾਰਾ ਵੇਸਟ ਪ੍ਰੋਡਕਟ ਖੇਤੀ 'ਚ ਵਾਪਸ ਜਾਣਾ ਚਾਹੀਦਾ ਸੀ, ਉਹਨੇ ਉਹ ਬੰਦ ਕਰਤਾ ਸੀ। ਨਕਲੀ ਖਾਦਾਂ ਪਾ ਰਹੇ ਹਾਂ, ਉਹ ਪਹਿਲਾਂ ਧਰਤੀ 'ਚ ਹੀ ਹੈ ਨਹੀਂ ਗਾ, ਫੂਡ 'ਚ ਹੀ ਹੈ ਨਹੀਂ ਗਾ। ਅੱਜ ਇਹ ਪ੍ਰੂਵ ਹੋ ਗਿਆ ਕਿ ਜਿਹੜਾ ਅੱਜ ਤੋਂ 60 ਸਾਲ ਪਹਿਲਾਂ 50 ਸਾਲ ਪਹਿਲਾਂ ਇੱਕ ਸੇਬ ਤੋਂ ਮਿਲਦਾ ਸੀਗਾ ਨਿਊਟਰੀਐਂਟਸ, ਅੱਜ 18 ਸੇਬਾਂ ਤੋਂ ਮਿਲਦਾ। ਤਾਂ ਹੀ ਪਹਿਲਾਂ ਕਹਿੰਦੇ ਸੀ ਐਪਲ ਅ ਡੇ ਗਿਵਸ ਦ ਡਾਕਟਰ ਅਵੇ। ਇੱਕ ਸੇਬ ਜਿਹੜਾ ਸੀ ਉਹ ਕਿਉਂਕਿ ਉਦੋਂ ਸੇਬ ਹੀ ਇਹੋ ਜਿਹੇ ਹੁੰਦੇ ਸੀ। ਬਦਲ ਦੇਣਾ ਚਾਹੀਦਾ ਮੁਹਾਵਰਾ, ਹੁਣ 18 ਐਪਲ ਖਾਓਗੇ ਤਾਂ 18 ਐਪਲ ਕਿਹੜਾ ਖਾਊਗਾ। ਉਹ ਉੱਥੇ ਤਬਾਹੀ ਕਰਤੀ ਅਸੀਂ, ਫਿਰ ਸਟੋਰ ਕਰਨ ਲੱਗਿਆ ਤਬਾਹੀ ਕਰ ਦਿੰਦੇ ਹਾਂ, ਫਿਰ ਪਕਾਉਣ ਲੱਗਿਆ ਤਬਾਹੀ ਕਰ ਦਿੰਦੇ ਹਾਂ, ਫਿਰ ਖਾਣ ਲੱਗਿਆ ਹੋਰ ਤਬਾਹੀ ਕਰ ਦਿੰਦੇ ਹਾਂ, ਫਿਰ ਫੂਡ ਇੰਡਸਟਰੀ ਉਹ ਆਪਣੀ ਤਬਾਹੀ ਕਰ ਦਿੰਦੀ ਹੈ। ਸੋ ਇਹਦੇ 'ਚ ਕਿਤੇ ਨਾ ਕਿਤੇ ਸਾਨੂੰ ਜਿਹੜਾ ਇਹ ਚੀਜ਼ਾਂ ਨੂੰ ਸਮਝ ਕੇ
ਤੇ ਉਹਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਖਤਰਨਾਕ ਕਿਸਮ ਦਾ ਆ ਰਿਹਾ। ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜੀ ਹੈ ਬਹੁਤ ਖਤਰੇ ਦਾ ਘੜਿਆਲ ਖੜਕ ਰਿਹਾ। ਸਾਡੀ ਜ਼ਿੰਦਗੀ ਤਾਂ ਚਲੋ ਔਖੇ ਸੌਖੇ ਲੰਘ ਗਈ ਤਾਂ ਲੰਘ ਜੂਗੀ, ਲੇਕਿਨ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੇ ਸਾਨੂੰ ਉਹਦਾ ਦੇਖ ਕੇ ਤਾਂ ਬਹੁਤ ਹੀ ਤੁਰਤੜੀ ਛੱਡ ਜਾਂਦੀ ਆ। ਲੋਕ ਕੰਡੇ ਖੜੇ ਹੋ ਜਾਂਦੇ ਆ ਕਿ ਉਹਨਾਂ ਪੀੜ੍ਹੀਆਂ ਦੀ ਲਾਈਫ ਕਿੱਦਾਂ ਦੀ ਹੋਏਗੀ ਜੇ ਆਹੀ ਕੁਝ ਹੁੰਦਾ ਰਿਹਾ ਤਾਂ ਉਹ ਪੀੜ੍ਹੀਆਂ ਕਿੱਦਾਂ ਦੀਆਂ ਹੋਣਗੀਆਂ ਅਤੇ ਕਿੱਦਾਂ ਦੀ ਜ਼ਿੰਦਗੀ ਜਿਉਣਗੀਆਂ। ਤੇ ਡਾਕਟਰ ਸਾਹਿਬ ਇੱਕ ਜਿਹੜੀ ਚੀਜ਼ ਹਰ ਫਾਸਟ ਫੂਡ ਦੇ ਵਿੱਚ ਪੈ ਰਹੀ ਹੈ, ਅਜੀਨੋਮੋਟੋ, ਕੀ ਇਹ ਵੀ ਖਤਰਨਾਕ? ਬਿਲਕੁਲ ਬਿਲਕੁਲ ਬਹੁਤ ਟਾਕਸਿਕ ਆ, ਉਹ ਬਹੁਤ ਟਾਕਸਿਕ ਹੈ, ਬਿਲਕੁਲ ਨਹੀਂ ਪਾਉਣਾ ਚਾਹੀਦਾ। ਸਿਰਫ ਉਹ ਜੀਭ ਦਾ ਸਵਾਦ ਵਧਾਉਣ ਲਈ ਪਾਇਆ ਜਾਂਦਾ। ਉਹਦੇ ਅੰਦਰ ਜਿਹੜਾ ਟੇਸਟ ਹੈ, ਟੇਸਟ ਬਡਜ਼ ਨੂੰ ਉਹ ਕਰਦਾ। ਜਿਵੇਂ ਕੋਲਡ ਡਰਿੰਕ ਹੈ, ਕੋਲਡ ਡਰਿੰਕ ਦੇ ਨੂੰ ਕਾਰਬਨ ਡਾਈਆਕਸਾਈਡ ਦਾ ਕੀ ਰੋਲ ਹੈ? ਕਾਰਬਨ ਡਾਈਆਕਸਾਈਡ ਤੁਹਾਡੇ ਟੇਸਟ ਬਡਜ਼ ਨੂੰ ਦੀ ਕੁਤਕਤਾੜੀਆਂ ਕੱਢਦੀ ਹੈ, ਸਟਿਮੂਲੇਟ ਕਰ ਬਸ ਉਹ ਤੁਹਾਨੂੰ ਅੱਛਾ ਲੱਗਦਾ। ਜੇ ਕਾਰਬਨ ਡਾਈਆਕਸਾਈਡ ਕੱਢ ਦਿਓ ਤਾਂ ਤੁਸੀਂ ਕਹੋਗੇ ਕਾਹਦੀ ਕੋਲਡ ਡਰਿੰਕ ਹੈ, ਤਾਂ ਫਿਰ ਐਵੇਂ ਪਾਣੀ ਹੋਈ ਆ, ਪਾਣੀ ਤੋਂ ਵੀ ਭੈੜੀ ਲੱਗਦੀ ਆ ਉਹ। ਕਿਉਂਕਿ ਜੀਭ ਨੂੰ ਜਦੋਂ ਜੀਭ ਦੇ ਟੇਸਟ ਬਡਜ਼ ਨੂੰ ਜਿਹੜੀ ਚੀਜ਼ ਕੁਤਕਤਾੜੀਆਂ ਕੱਢੇਗੀ ਉਹ ਤੁਹਾਨੂੰ ਅੱਛੀ ਲੱਗੇਗੀ। ਤਾਂ ਇਹ ਘਟੀਆ ਕਿਸਮ ਦੇ ਜਿਹੜੀਆਂ ਟੈਕਟਿਕਸ ਨੇ ਫੂਡ ਇੰਡਸਟਰੀ ਦੇ, ਇੱਕ ਤੁਹਾਨੂੰ ਆਪਣਾ ਪ੍ਰੋਡਕਟ ਵੇਚਣ ਦੇ, ਉਹ ਬਹੁਤ ਕ੍ਰਿਮੀਨਲ ਨੇ। ਅਤੇ ਤੁਸੀਂ ਬੰਦੇ ਨੂੰ ਕੋਲਡ ਡਰਿੰਕ ਪਿਆ ਰਹੇ ਹੋ 2 pH ਤੇ 3 pH ਦੀ ਇੰਨੀ ਹਾਈਲੀ ਐਸਿਡਿਕ ਆ ਉਹ, ਔਰ ਤੁਸੀਂ ਇਸ ਕਰਕੇ ਪਿਆ ਰਹੇ ਹੋ ਤੁਸੀਂ ਵੇਚਣੀ ਹੈ। ਅਲਟੀਮੇਟਲੀ ਉਹ ਪਤਾ ਲੱਗਦਾ ਜਾ ਕੇ ਕਿ ਉਹਦਾ ਤੇਜ਼ਾਬੀ ਇਹਨਾਂ ਮੁੜ ਕੇ ਉਹਨੂੰ ਫਿਰ ਟੋਇਲਟ ਕਲੀਨਰ ਕਹਿੰਦੇ ਆ, ਫਿਰ ਹੋਰ ਕਹਿੰਦੇ ਆ। ਤਾਂ ਉਹ ਕਿਤੇ ਨਾ ਕਿਤੇ ਸਿਰਫ ਆਪਣਾ ਧੰਦਾ ਕਰਨ ਵਾਸਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਰਕਾਰਾਂ ਨੂੰ ਵੀ ਅਲਾਉ ਨਹੀਂ ਕਰਨੀਆਂ ਚਾਹੀਦੀਆਂ। ਔਰ ਜਦੋਂ ਪਤਾ ਲੱਗ ਜਾਂਦਾ ਇਹਦੇ ਖਿਲਾਫ ਬਹੁਤ ਸਟਰੋਂਗ ਰਿਜ਼ੈਂਟਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਚੀਜ਼ ਜਿਹੜਾ ਫੂਡ ਆਈਟਮ ਤੁਹਾਡੀ ਸਿਹਤ ਖਰਾਬ ਕਰਦਾ ਹੋਵੇ ਉਹਨੂੰ ਮਾਰਕੀਟ 'ਚ ਆਉਣ ਨਹੀਂ ਦੇਣਾ ਚਾਹੀਦਾ। ਅਤੇ ਇੰਨਾ ਰਿਐਕਸ਼ਨ ਹੋਣਾ ਚਾਹੀਦਾ ਕਿ ਕਿਸੇ ਦੀ ਹਿੰਮਤ ਨਾ ਹੋਵੇ ਕਿ ਇਹੋ ਜਿਹਾ ਫੂਡ ਪ੍ਰੋਡਕਟ ਤੁਹਾਡੇ ਸਟੋਰਾਂ 'ਚ ਆ ਜਾਵੇ, ਕਿਉਂਕਿ ਆਏਗਾ ਤਾਂ ਫਿਰ ਭੋਲੇ ਭਾਲੇ ਲੋਕ ਨੇ। ਅਸੀਂ ਕਿੰਨਿਆਂ ਨੂੰ ਐਜੂਕੇਟ ਕਰ ਲਾਂਗੇ, ਉਹ ਐਜੂਕੇਸ਼ਨ ਇਜ਼ ਅ ਵੈਰੀ ਸਲੋ ਪ੍ਰੋਸੈਸ। ਮੰਨ ਲਓ 10% ਐਜੂਕੇਟ ਕਰ ਲਏ ਅਸੀਂ, ਜਿਹੜਾ ਕਿ ਬੜੇ ਸਾਲ ਲੱਗਣਗੇ, ਬਾਕੀ 90% ਉਹ ਫਿਰ ਖਾਈ ਜਾਣਗੇ ਉਹ। ਸੋ ਸਾਡਾ 10% ਦਾ ਫਰਜ਼ ਬਣਦਾ ਕਿ ਅਸੀਂ ਪ੍ਰੋਟੈਸਟ ਕਰੀਏ ਕਿ ਬਕਵਾਸਬਾਜ਼ੀ ਚੱਕੋ ਇੱਥੋਂ ਸਟੋਰ 'ਚੋਂ ਬਾਹਰ ਕੱਢੋ। ਨਹੀਂ ਅਸੀਂ ਵਿਕਣ ਦੇਣੀ। ਇਹ ਪ੍ਰੋਟੈਸਟ ਨਾਲ ਸਟਰੋਂਗ ਹੋਵੇ ਕਿ ਅਸੀਂ ਵਿਕਣ ਨਹੀਂ ਦੇਣੀ, ਕਿ ਤਾਂ ਕਿ ਉਸ 90% ਦਾ ਭੋਲਾ ਭਾਲਾ ਵਿਚਾਰਾ ਬੱਚੇ ਨੇ ਹੋਰ ਨੇ ਜਿਹੜੇ ਇਨੋਸੈਂਟ ਨੇ ਉਹ ਇਨੋਸੈਂਟ 'ਚ ਹੀ ਫਸ ਜਾਂਦੇ ਆ। ਤਾਂ ਅਸੀਂ ਉਹਨਾਂ ਨੂੰ ਵੀ ਬਚਾਉਣਾ ਨਾਲ, ਨਾ ਕਿ ਸਿਰਫ ਆਪ ਬਚਣਾ। ਹੁਣ ਹਲੇ ਤੱਕ ਇੰਨੀ ਕਾਈ ਹੈ ਜਿਹੜੇ ਬੰਦੇ ਕੌਨਸ਼ੀਅਸ ਹੋ ਜਾਂਦੇ ਆਪ ਤਾਂ ਪੀਣਾ ਬੰਦ ਕਰ ਦਿੰਦੇ ਆ, ਪਰ ਸਟੋਰਾਂ 'ਚ ਫਿਰ ਵੀ ਕੀ ਜਾ ਰਿਹਾ ਉਹ। ਅੱਜ ਬਹੁਤ ਤੁਸੀਂ ਪਾਓਗੇ ਕਿ ਬਹੁਤ ਸਾਰੇ ਬੰਦੇ ਨੇ ਉਹ ਆਪ ਕੋਲਡ ਡਰਿੰਕ ਨਹੀਂ ਪੀਂਦੇ, ਆਪ ਫਾਸਟ ਫੂਡ ਨਹੀਂ ਖਾਣਗੇ, ਲੇਕਿਨ ਅੱਜ ਅਵੇਅਰਨੈਸ ਇੰਨੀ ਨਹੀਂ ਆਈ ਕਿ ਅਸੀਂ ਪ੍ਰੋਟੈਸਟ ਕਰੀਏ ਜਾ ਕੇ ਸਟੋਰਾਂ ਦੇ ਬਾਹਰ ਕੇ ਬਕਵਾਸਬਾਜ਼ੀ ਬੰਦੇ ਛੱਟੋ ਬਾਹਰ ਉਹਨੂੰ ਅਸੀਂ ਵਿਕਣ ਦੇਣਾ, ਕਿਉਂਕਿ ਇਹ ਫੂਡ ਹੈ ਹੀ ਨਹੀਂਗਾ, ਇਹ ਤਾਂ ਫੂਡ ਦੇ ਨਾਲ ਤਾਂ ਧੋਖਾ ਹੈ। ਤਾਂ ਉਸ ਲੈਵਲ ਦੀ ਚੇਤਨਾ ਚਾਹੀਦੀ ਹੈ ਕਿ ਆਪਾਂ ਇਹਨੂੰ ਮਾਰਕੀਟ 'ਚ ਵਿਕਣ ਵੀ ਨਾ ਦਈਏ, ਬਾਈਕਾਟ ਕਰੀਏ ਇਹਨਾਂ ਦਾ ਬਾਈਕਾਟ, ਐਕਟਿਵ ਬਾਈਕਾਟ ਹੋਣਾ ਚਾਹੀਦਾ ਕਿ ਕੰਪਨੀਆਂ ਦੀ ਹਿੰਮਤ ਨਾ ਪਵੇ ਇਹੋ ਜਿਹਾ ਕੋਈ ਫੂਡ ਪ੍ਰੋਡਕਟ ਬਣਾਏ ਜਾਣ ਜਿਹੜਾ ਕਿ ਰੀਅਲ ਫੂਡ ਹੈ ਹੀ ਨਹੀਂ। ਤੁਸੀਂ ਰੀਅਲ ਫੂਡ ਬਣਾਓ, ਰੀਅਲ ਫੂਡ ਵੇਚੋ, ਧੰਦਾ ਹੀ ਕਰਨਾ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਫੂਡ ਦੇ ਅੰਦਰ ਧੰਦਾ ਹੋਣਾ ਨਹੀਂ ਚਾਹੀਦਾ। ਜਦੋਂ ਧੰਦਾ ਆਏਗਾ ਤਾਂ ਇਹ ਕੁਛ ਹੋਏਗਾ। ਅਤੇ ਹੁਣ ਆਈਏ ਡਾਕਟਰ ਸਾਹਿਬ ਕਿ ਇਹਦਾ ਬਾਂਝਪਨ ਅਤੇ ਨਪੁੰਸਕਤਾ ਦਾ ਕੁਛ ਸੌਖਾ ਇਲਾਜ ਜਾਂ ਇਲਾਜ ਹੋ ਵੀ ਸਕਦਾ ਹੈ, ਜਾਂ ਇਹ ਤਾਂ ਕਿਹਾ ਜਾਂਦਾ ਕਿ ਜਦੋਂ ਜਿਹਦੇ 'ਚ ਬਾਂਝਪਨ ਅਤੇ ਨਪੁੰਸਕਤਾ ਆ ਜੇ ਉਹ ਤਾਂ ਫਿਰ ਰੱਬ ਦੀ ਆਸਰੇ ਹੋ ਜਾਂਦਾ, ਜਾਂ ਫਿਰ ਉਹ ਸੜਕਾਂ 'ਤੇ ਤੰਬੂ ਲਾ ਕੇ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਦੇ ਆਸਰੇ ਹੋ ਜਾਂਦਾ, ਉਹਨਾਂ ਕੋਲ ਜਾ ਕੇ ਆਪਣਾ ਆਪਾ ਲੁਟਾਈ ਜਾਂਦਾ। ਨਹੀਂ ਗੁਰਵੰਤ ਜੀ, ਐਸੀ ਗੱਲ ਨਹੀਂ ਹੈ। ਬੜੀ ਸੈਟਿਸਫੈਕਸ਼ਨ ਹੋ ਰਹੀ ਸਾਨੂੰ ਜਦੋਂ ਜਿਹੜਾ ਅਸੀਂ ਡਾਈਟ ਸ਼ਡਿਊਲ ਦੇ ਰਹੇ ਹਾਂ ਅਤੇ ਬਾਕੀ ਲਾਈਫ ਸਟਾਈਲ ਬਦਲਣ ਦੀ ਗੱਲ ਕਰ ਰਹੇ ਹਾਂ। ਤਾਂ ਬਹੁਤ ਸਾਰੇ ਕਪਲ ਜਿਹੜੇ ਨੇ ਬਾਂਝ ਨੇ ਉਹਦੇ ਬੱਚਾ ਪ੍ਰੈਗਨੈਂਸੀ ਹੋ ਰਹੀ ਹੈ ਹਾਂ, ਉਹ ਵਿਦਨ ਏ ਈਅਰ ਖੁਸ਼ੀ ਦੀ ਖਬਰ ਮਿਲਦੀ ਹੈ ਕਿ ਪ੍ਰੈਗਨੈਂਸੀ ਹੋ ਗਈ ਜੀ। ਤਾਂ ਉਹ ਹਾਲਾਂਕਿ ਕਿਉਂਕਿ ਉਹਦੇ 'ਚ ਕੀ ਹੁੰਦਾ ਕਿ ਜਿਹੜੇ ਮਲਟੀਪਲ ਫੈਕਟਰ ਨੇ ਉਹਨੂੰ ਡਿਸਟਰਬ ਕਰ ਰਹੇ ਸੀਗੇ, ਉਹ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਫੈਕਟਰ ਨੂੰ ਮਾਈਨਸ ਕਰ ਦਈਏ। ਫਾਰ ਐਗਜ਼ਾਮਪਲ ਫੂਡ ਨੈਚੁਰਲ ਖਵਾਇਆ ਉਹ ਕਰਤਾ, ਥੋੜ੍ਹੇ ਬਹੁਤੇ ਮੈਡੀਸਨਲ ਪਲਾਂਟ ਦੇ ਕੇ ਉਹਦੇ 'ਚ ਕੋਈ ਬਿਮਾਰੀ ਅੱਜ ਕੱਲ੍ਹ ਕਰੋਨਿਕ ਬਿਮਾਰੀਆਂ ਬਹੁਤ ਖੜ੍ਹ ਗਈਆਂ ਹੋਈਆਂ ਨੇ। ਕਰੋਨਿਕ ਡਿਜ਼ੀਜ਼ ਜਿਹੜੀਆਂ ਨੇ ਜਦੋਂ ਖੜ੍ਹ ਜਾਂਦੀਆਂ ਨੇ ਫਿਰ ਉਹ ਵੀ ਬਾਂਝਪਨ ਪੈਦਾ ਕਰਦੀਆਂ ਨੇ। ਕਿਸੇ ਨੂੰ TB ਹੋ ਰਹੀ ਹੈ, ਕਿਸੇ ਨੂੰ ਕਾਲਾ ਪੀਲੀਆ ਹੋ ਰਿਹਾ, ਕਿਸੇ ਨੂੰ ਕੋਈ UTI ਹੋ ਰਹੀ ਹੈ, ਕਿਸੇ ਨੂੰ ਕੁਛ ਨਾ ਕੁਛ ਮੈਟਾਬੋਲਿਕ ਡਿਸਆਰਡਰਸ ਤੇ ਕਰੋਨਿਕ ਇਨਫੈਕਸ਼ਨਸ। ਉਹ ਜਦੋਂ ਆਪਾਂ ਇਹ ਸਾਰਾ ਕੁਝ ਦਿੰਦੇ ਹਾਂ ਤਾਂ ਉਹ ਕਿਉਰ ਹੋ ਜਾਂਦੀਆਂ ਨੇ। ਜਦੋਂ ਉਹ ਆਟੋਮਿਊਨ ਡਿਸਆਰਡਰ ਬਹੁਤ ਸਾਰੇ ਆਟੋਮਿਊਨ ਡਿਸਆਰਡਰ ਵੀ ਬਹੁਤ ਕੁਛ ਕਰਦੇ। ਤਾਂ ਜਦੋਂ ਅਸੀਂ ਕੁਛ ਫੂਡਸ ਮਾਈਨਸ ਕਰ ਦਿੰਦੇ ਹਾਂ ਜਿਹੜੇ ਕਿ ਟੌਕਸਿਕ ਨੇ, ਅਤੇ ਕੁਛ ਫੂਡ ਦੇ ਦਿੰਦੇ ਹਾਂ ਅਤੇ ਨੈਚੁਰਲ ਦੇ ਦਿੰਦੇ ਹਾਂ, ਪਲੱਸ ਨਾਲ ਮੈਡੀਸਨਲ ਪਲਾਂਟ ਦੇ ਦਿੰਦੇ ਹਾਂ, ਪਲੱਸ ਨਾਲ ਕਹਿੰਦੇ ਹਾਂ ਵੀ ਯੋਗਾ ਕਰੋ, ਡਾਈਟ ਕਰੋ, ਉਹ ਕਰੋ,
ਔਰ ਫਿਰ ਅਲਟੀਮੇਟਲੀ ਅਸੀਂ ਹੈਪੀਨੈਸ ਪ੍ਰੋਟੋਕੋਲ ਵੀ ਦਿੰਦੇ ਹਾਂ ਵੀ ਖੁਸ਼ ਰਹਿਣਾ, ਆਪਣੀ ਤਣਾਅ ਮੁਕਤੀ ਵੀ ਕਰਦੇ ਹਾਂ ਤਾਂ ਉਹ ਵੀ ਕਰਦੇ ਹਾਂ। ਤੇ ਨਾਲ ਕੁਝ ਜਿਹੜੀਆਂ ਕੁਝ ਨੈਚੁਰਲ ਹਲਕੀਆਂ ਫੁਲਕੀਆਂ ਹਰਬਸ ਨੇ ਉਹਦੀ ਵੀ ਹੈਲਪ ਲੈ ਲੈਂਦੇ ਹਾਂ। ਜੇ ਜਦੋਂ ਚੀਜ਼ਾਂ ਇਕੱਠੀਆਂ ਕਰ ਲੈਂਦੇ ਅਸੀਂ ਤਾਂ ਇਹਦਾ ਨੈਟ ਰਿਜ਼ਲਟ ਜਿਹੜਾ ਨਿਕਲਦਾ ਉਹ ਦੇਖਦਾ ਬਿਮਾਰੀਆਂ ਕਿਉਂ ਹੋ ਜਾਂਦੀਆਂ ਨੇ ਤਾਂ ਹੈ ਹੀ ਨੇ। ਉਹ ਤਾਂ ਅਸੀਂ ਹੁਣ ਸਿਵਾਏ 3-4 ਬਿਮਾਰੀਆਂ ਨੂੰ ਛੱਡ ਕੇ ਜਿਹਦੇ 'ਚ ਅਸੀਂ ਅਜੇ ਸੋਲਿਡ ਨਹੀਂ ਕਹਿ ਸਕਦੇ ਤਾਂ ਉਹਨਾਂ ਨੂੰ ਛੱਡ ਕੇ ਬਾਕੀ ਲਗਭਗ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਹੁਤ ਵਧੀਆ ਢੰਗ ਨਾਲ ਰਿਸਪੌਂਡ ਕਰ ਰਹੀਆਂ ਨੇ। ਤਾਂ ਇੱਕ ਤਾਂ ਇਹ ਜਿਹੜਾ ਬਹੁਤ ਖੁਸ਼ੀ ਦੀ ਖਬਰ ਹੈ ਕਿ ਕਮ ਸੇ ਕਮ ਆਪਾਂ ਇਹ ਤਾਂ ਸ਼ੁਰੂ ਕਰ ਲਈਏ ਨਾ। ਹਵਾ ਦੀ ਲੜਾਈ, ਪਾਣੀ ਦੀ ਲੜਾਈ, ਖੇਤੀ ਦੀ ਲੜਾਈ, ਨੈਚੁਰਲ ਰਿਸੋਰਸਿਸ ਨੂੰ ਬਚਾਉਣ ਦੀ ਲੜਾਈ, ਇਹ ਵੱਡੀ ਲੜਾਈ ਹੈ। ਉਸ ਲੜਾਈ ਨੂੰ ਨਾਲ ਆਪਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਕਿਉਂਕਿ ਅੱਜ ਜਿਹੜਾ ਕਾਰਪੋਰੇਟ ਦਾ ਵਰਤਾਰਾ ਬਿਲਕੁਲ ਉਲਟ ਚੱਲ ਰਿਹਾ ਕਿ ਉਹਨੂੰ ਹੋਰ ਤੋਂ ਹੋਰ ਕਬਜ਼ਾ ਕਰਨਾ ਚਾਹ ਰਹੇ ਆ। ਜਿਹੜਾ ਖੇਤੀ ਵਾਲਾ ਅੰਦੋਲਨ ਹੈ ਜਾਂ ਜੈਨੇਟਿਕਲੀ ਮੋਡੀਫਾਈਡ ਫਸਲਾਂ ਦਾ ਮਸਲਾ ਹੈ ਜਾਂ ਕੈਮੀਕਲਸ ਨੂੰ ਬੈਨ ਨਹੀਂ ਕਰਦੇ, ਜਿਹੜੀਆਂ ਕੈਮੀਕਲਸ ਹੁਣ ਬਹੁਤ ਸਾਰੇ ਕੈਮੀਕਲ ਇਹੋ ਜਿਹੀਆਂ ਨੇ ਯੂਰਪ 'ਚ ਬੈਂਡ ਨੇ, ਇੰਡੀਆ ਚਲੀ ਜਾ ਰਹੀਆਂ ਨੇ। ਦਵਾਈਆਂ ਵੀ ਜਿਵੇਂ ਬਿਲਕੁਲ ਬਿਲਕੁਲ ਦਵਾਈਆਂ ਦਾ ਵੀ ਇਹੀ ਹਾਲ ਹੈ। ਫਿਰ ਅਨਨੈਸੈਸਰੀ ਯੂਜ਼ ਆਫ ਮੈਡੀਸਨਸ, ਜਿਹੜੇ ਕੈਮੀਕਲ ਮੈਡੀਸਨਸ ਨੇ ਵਰਤਦੇ ਹਾਂ ਆਪਾਂ, ਉਹ ਅਨਨੈਸੈਸਰੀ ਵਰਤੀ ਜਾ ਰਹੇ ਹਾਂ। 80% ਕੇਸਾਂ ਦੇ ਅੰਦਰ ਜੇ ਆਪਾਂ ਆਹ ਡਾਈਟ ਜੋ ਅਸੀਂ ਨੈਚੁਰਲ ਖਾ ਪੀ ਲਈਏ ਤਾਂ 80% ਦਵਾਈਆਂ ਦੀ ਕੰਜ਼ੰਪਸ਼ਨ ਖਤਮ ਹੋ ਜਾਏਗੀ। ਕੋਈ ਦਵਾਈਆਂ ਵੀ ਇਹੋ ਜਿਹੀਆਂ ਨੇ ਜਿਹੜੀਆਂ ਨਪੁੰਸਕਤਾ ਪੈਦਾ ਕਰ ਬਿਲਕੁਲ ਸਾ ਦਵਾਈਆਂ ਬਿਲਕੁਲ ਉੱਦਾਂ ਹੀ ਨੇ ਜਿਹੋ ਐਗਰੋ ਕੈਮੀਕਲਸ ਜਿਹੜੀ ਵੈਟਰਨਰੀ ਦੇ ਵਿੱਚ ਡੰਗਰਾਂ 'ਚ ਕੈਮੀਕਲ ਯੂਜ਼ ਹੋ ਰਹੇ ਤੇ ਬੰਦਿਆਂ 'ਚ ਕੈਮੀਕਲ ਯੂਜ਼ ਹੋ ਰਹੇ ਇਹ ਬਿਲਕੁਲ ਇਕੁਅਲ ਨੇ ਇਹ ਇੱਕੋ ਇਫੈਕਟ ਪਾਉਂਦੇ ਆ, ਸਾਰੇ ਕੰਬਾਈਨ ਕਰ ਜਾਂਦੇ ਆ। ਰਾਤ ਚੌਥੀ ਤੁਸੀਂ ਐਡ ਕਰ ਲਓ ਜਿਹੜੀ ਸਟੋਰੇਜ 'ਚ ਯੂਜ਼ ਨਹੀਂ ਹਨ ਕੈਮੀਕਲ, ਪੰਜਵੇਂ ਕੈਮੀਕਲ ਉਹ ਪਰ ਲਓ ਜਿਹੜੇ ਫੂਡ ਪ੍ਰੋਸੈਸਿੰਗ ਵਾਲੇ ਵਰਤਦੇ ਆ। ਸੋ ਇੱਕ ਚੇਨ ਹੈ, ਖੇਤੀ ਫਿਰ ਸਟੋਰੇਜ ਫਿਰ ਫੂਡ ਪ੍ਰੋਸੈਸਿੰਗ ਸਾਰੀ ਉਹ ਕਰਦੇ ਆ ਸਾਰੇ ਦਾ ਸਾਰਾ। ਫਿਰ ਜਦੋਂ ਪ੍ਰੈਪਰੇਸ਼ਨ ਵੇਲੇ ਕੁਝ ਨੂੰ ਕੈਮੀਕਲ ਪਾ ਦਿੰਦੇ ਆ, ਫਿਰ ਸੇਲ ਸ਼ੈਲਫ ਲਾਈਫ ਵਧਾਉਣ ਵੇਲੇ ਪਾ ਦਿੰਦੇ ਆ ਤੇ ਫਿਰ ਅੱਗੇ ਤੁਹਾਡੇ ਵੈਟਰਨਰੀ 'ਚ ਡੰਗਰਾਂ 'ਚ ਜਿਹੜੀ ਯੂਜ਼ ਹੋ ਰਿਹਾ ਉਹ ਹੈ ਤੇ ਜਿਹੜਾ ਹਿਊਮਨ ਇਲ ਹੈਲਥ ਯੂਜ਼ ਹੋ ਰਿਹਾ ਜਿਹੜਾ ਰਹਿੰਦੇ ਖੰਦੇ ਅਸਰ ਪਰ ਫਰਿੱਜ 'ਚ ਰੱਖ ਕੇ ਖਰਾਬ ਕਰਕੇ। ਹਾਂ ਬਿਲਕੁਲ ਉਹ ਵੀ ਜਿਹੜਾ ਬਾਸੀ ਖਾਣ ਵਾਲਾ ਵਰਤਾਰਾ ਹੈ ਤੇ ਉਹਨੂੰ ਉਹਦੇ ਵਿੱਚ ਮਾਈਕ੍ਰੋਵੇਵ ਵਗੈਰਾ 'ਚ ਗਰਮ ਕਰਕੇ ਰੋਂਗ ਟਾਈਪ ਆਫ ਆਇਲਸ ਨੇ ਜਿਹੜੇ ਰਿਫਾਈਨਡ ਤੇਲ ਖਾਣਾ, ਡਾਲਡਾ ਕੀ ਖਾਣਾ, ਤੁਹਾਡੇ ਜਿਹੜੇ ਦਾਣੇਦਾਰ ਚੀਨੀ ਹੈ ਇਹਨਾਂ ਦਾ ਯੂਜ਼ ਕਰਨਾ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਕਿਤੇ ਨਾ ਕਿਤੇ ਸਾਨੂੰ ਡਿਸਟਰਬ ਕਰਦਾ। ਜੇ ਆਪਾਂ ਇਹਨੂੰ ਮਾਈਨਸ ਕਰ ਦਈਏ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਅਸੀਂ ਇਹਨੂੰ ਕੰਪੇਅਰ ਕਰਦੇ ਹਾਂ ਕਿ ਜਿੱਦਾਂ ਵੱਡੀ ਸਾਰੀ ਬੇੜੀ ਆ ਜ਼ਿੰਦਗੀ, ਜੀਵਨ ਇੱਕ ਬੇੜੀ ਆ, ਉਹ 'ਚ ਨਿੱਕੀਆਂ ਹਜ਼ਾਰਾਂ ਹੋਲਸ ਨੇ। ਉਹਨਾਂ ਹੋਲ 'ਚੋਂ ਪਾਣੀ ਵੜ ਰਿਹਾ ਅੰਦਰ, ਉਹ ਸਾਡੀ ਜ਼ਿੰਦਗੀ ਹੈ। ਅਤੇ ਸਾਨੂੰ ਜਿੰਨੀਆਂ ਹੋਲਸ ਅਸੀਂ ਬੰਦ ਕਰ ਸਕਦੇ ਹਾਂ ਇਕੱਲੀ ਉਹ ਬੰਦ, ਇੱਕ ਤਾਂ ਹੈ ਵੀ ਪਾਣੀ ਵੜ ਗਿਆ ਫਿਰ ਡੱਬੇ ਨਾਲ ਪਾਣੀ ਕੱਢੀ ਜਾਓ, ਅਸੀਂ ਇਹ ਕਰਦੇ ਹਾਂ। ਜਿਹੜਾ ਸਾਰਾ ਹੈਲਥ ਸਿਸਟਮ ਕੀ ਕਰਦਾ ਕਿ ਤੁਹਾਡੀ ਜੀਵਨ ਦੀ ਬੇੜੀ 'ਚ ਸੈਂਕੜੇ ਹਜ਼ਾਰਾਂ ਹੋਲਸ ਨੇ ਨਿੱਕੀਆਂ, ਉਹ ਕੀ ਕਰਦਾ ਡੱਬੇ ਨਾਲ ਪਾਣੀ ਬਾਹਰ ਕੱਢ ਦਿਓ ਅਤੇ ਡੰਗ ਟਪਾਓ, ਉਹ ਫਿਰ ਹੋਰ ਪਾਣੀ ਆਈ ਜਾਂਦਾ। ਇਹ ਸਾਰਾ ਸਿਸਟਮ ਸਾਡਾ ਹੈਲਥ ਦਾ। ਅਸੀਂ ਕਹਿੰਦੇ ਕਿ ਹੋਲਸ ਬੰਦ ਕਰੋ, ਜਿੰਨੀਆਂ ਹੋਲਸ ਤੁਸੀਂ ਬੰਦ ਕਰ ਲਓਗੇ ਕਮ ਸੇ ਕਮ ਉਨਾ ਪਾਣੀ ਜਿਹੜਾ ਉਹ ਘੱਟ ਆਏਗਾ ਅਤੇ ਉਹਨਾਂ ਤੁਹਾਨੂੰ ਕੱਢਣਾ ਘੱਟ ਪਏਗਾ ਜਾਂ ਤੁਹਾਡੀ ਜ਼ਿੰਦਗੀ ਉਨੀ ਲੰਬੀ ਹੋ ਜਾਏਗੀ। ਸੋ ਆਪਾਂ ਨੂੰ ਇਹ ਜਿਹੜੇ ਨਿੱਕੇ ਫੈਕਟਰ ਨੇ ਜੇ ਅਸੀਂ ਇਕੱਲੇ ਕਰਾਂਗੇ ਤਾਂ ਸ਼ਾਇਦ ਇਹ ਲੱਗਦਾ ਵੀ ਕੋਈ ਰੋਲ ਨਹੀਂ ਪਲੇ ਕਰਨਗੇ, ਲੇਕਿਨ ਜਦੋਂ ਅਸੀਂ ਕਾਫੀ ਸਾਰਿਆਂ ਨੂੰ ਕਰ ਦਿੰਦੇ ਹਾਂ ਬਲੌਕ, ਨੈਚੁਰਲ ਫੂਡ ਵੀ ਖਾਓ, ਰॉ ਵੀ ਖਾਓ, ਫਿਰ ਥੋੜ੍ਹਾ ਪਾਣੀ ਵੀ ਠੀਕ ਢੰਗ ਦਾ ਪੀਓ, ਫਿਰ ਐਕਸਰਸਾਈਜ਼ ਵੀ ਕਰੋ, ਖੁਸ਼ ਵੀ ਰਹੋ, ਤਾਂ ਜਦੋਂ ਸਾਰੀਆਂ ਚੀਜ਼ਾਂ ਰਲ ਜਾਂਦੀਆਂ ਨੇ ਤਾਂ ਅੱਛੇ ਰਿਜ਼ਲਟਸ ਆਉਂਦੇ। ਹੁਣ ਬਾਂਝਪਨ ਦੇ ਅੰਦਰ ਵੀ ਅਸੀਂ ਦੇਖਿਆ ਕਿ ਜਿਹੜੇ ਕਪਲ ਦੇ ਪ੍ਰੈਗਨੈਂਸੀ ਨਹੀਂ ਆ, PCOD ਦਾ ਸਾਲ 'ਚ ਠੀਕ ਹੋ ਜਾਂਦੀ। PCOD ਦਾ ਕੋਈ ਦਿੱਕਤ ਨਹੀਂ ਸਾਨੂੰ। PCOD ਦੇ ਬਾਕੀ ਫੀਚਰ ਜਿਹੜੇ ਨੇ, ਮੈਂਸਟਰੂਏਸ਼ਨ ਰੈਗੂਲਰ ਹੋ ਜਾਂਦੇ ਹੈ, ਤੁਹਾਡਾ ਅੰਡਾ ਬਣਨਾ ਸ਼ੁਰੂ ਹੋ ਜਾਂਦਾ ਹੈ, ਫੇਸ ਤੇ ਵਾਲ ਆ ਰਹੇ ਹੁੰਦੇ ਉਹ ਠੀਕ ਹੋ ਜਾਂਦੇ, ਸਾਲ ਲੱਗਦਾ। PCOD ਸਾਲ 'ਚ ਠੀਕ ਹੋ ਜਾਂਦੀ ਹੈ ਅਤੇ ਪ੍ਰੈਗਨੈਂਸੀ ਵੀ ਜਿਹੜੀ ਹੈ ਕਾਫੀ ਹਫ਼ਤੇ 'ਚ ਹੋ ਜਾਂਦੀ ਹੈ। ਡਾਕਟਰ ਸਾਹਿਬ ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਇੰਨੀ ਵੱਡਮੁੱਲੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਬਾਂਝਪਨ ਅਤੇ ਨਪੁੰਸਕਤਾ ਇਹ ਦੋ ਅਜਿਹੇ ਲਾ ਇਲਾਜ ਕਹੇ ਜਾਣ ਵਾਲੇ ਰੋਗਾਂ ਦੇ ਸੰਬੰਧੀ ਜਾਣਕਾਰੀ ਦਿੱਤੀ ਹੈ। ਇਹਦੇ ਪਿੱਛੇ ਕਾਰਨ ਕੀ ਨੇ, ਕਿਉਂ ਭਾਰਤ ਜਿਹੜਾ ਜਿਹਦੇ 'ਚ ਸਭ ਤੋਂ ਵੱਧ ਆਬਾਦੀ ਦੇ ਵੱਲ ਵੱਧ ਰਿਹਾ, ਉਹਦੇ ਵਿੱਚ ਬੱਚਾ ਪੈਦਾ ਹੋਣ ਤੱਕ ਦੀ ਸਮੱਸਿਆ ਪੈਦਾ ਹੋ ਚੁੱਕੀ ਹੈ, ਕਿਉਂ ਅਸੀਂ ਇਹੋ ਜਿਹੇ ਮਾਹੌਲ 'ਚ ਪਹੁੰਚ ਜਾਂਦੇ ਹਾਂ ਕਿ ਜਦੋਂ ਸਾਡੇ ਕਿਸੇ ਸਾਥੀ ਦੇ ਵਿੱਚ ਨਪੁੰਸਕਤਾ ਆ ਜਾਂਦੀ ਹੈ ਤਾਂ ਉਦੋਂ ਉਹ ਆਪਣੀ ਜਾਨ ਆਪ ਲੈ ਲੈਂਦਾ, ਸਾਰਾ ਸਮਾਜ ਟੁੱਟਣ ਤੱਕ ਚਲਾ ਜਾਂਦਾ, ਘਰ 'ਚ ਕਲੇਸ਼ ਰਹਿਣ ਲੱਗ ਪੈਂਦਾ, ਥਾਣੇ ਕਚਹਿਰੀਆਂ ਦੇ ਕੰਮ ਵੱਧ ਜਾਂਦੇ ਹੈਗੇ ਨੇ ਅਤੇ ਸਮਾਜ ਜਿਹੜਾ ਉਹ ਟੁੱਟਣ ਦੇ ਕੰਢੇ ਜਿਹੜਾ ਪਹੁੰਚ ਜਾਂਦਾ। ਕਿਉਂ ਇਹਦੇ ਕਾਰਨ ਹੁੰਦੇ ਨੇ?
ਕਿਸ ਤਰ੍ਹਾਂ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹੈਗੇ ਆ, ਕੌਣ ਇਹਦੇ ਲਈ ਜ਼ਿੰਮੇਵਾਰ ਸੀ, ਕਿ ਆਪਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣਾ ਫਰਜ਼ ਨਿਭਾਉਂਦੇ ਹਾਂ ਉਹ ਉਹਨਾਂ ਚੀਜ਼ਾਂ ਨੂੰ, ਉਹਨਾਂ ਸਿਸਟਮ ਦੇ ਖਿਲਾਫ ਜਿਹੜੇ ਆਪਾਂ ਕੁਝ ਆਵਾਜ਼ ਚੱਕ ਸਕਦੇ ਹਾਂ, ਤੇ ਕਿੰਨੀ ਦੇਰ ਦੇ ਵਿੱਚ ਜਿਹੜਾ ਇਹ ਸਾਰਾ ਸਿਸਟਮ ਜਿਹੜਾ ਇਹ ਇਸ ਨੂੰ ਠੀਕ ਕਰਕੇ ਅਸੀਂ ਨਾਰਮਲ ਜਿਹੜੀ ਜ਼ਿੰਦਗੀ, ਨਾਰਮਲ ਹੈਲਥ ਜਿਹੜੀ ਹੈ ਉਹ ਹਾਸਲ ਕਰ ਸਕਦੇ ਹਾਂ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਬੇਔਲਾਦ ਜੋੜਿਆਂ ਤੱਕ ਇਹ ਜਿਹੜੀ ਵੀਡੀਓ ਪਹੁੰਚੇ ਤੇ ਉਹ ਇਸ ਚੀਜ਼ ਦਾ ਫਾਇਦਾ ਚੁੱਕ ਸਕਣ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।